ਸਤਿ ਸ਼੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਜੀ ਆਇਆਂ। ਸ਼ੁਕਰੀਆ ਜੀ, ਬਹੁਤ ਬਹੁਤ ਭੰਗੂ ਸਾਹਿਬ ਜੀ। ਦੋਸਤੋ, ਗਰਗ ਸਾਹਿਬ ਨਾਲ ਅਸੀਂ ਕਿਸਾਨੀ ਮਸਲੇ ਦੇ ਵਿਚਾਰ ਚਰਚਾ ਕਰਾਂਗੇ। ਇੱਕ ਤਾਂ ਚੰਡੀਗੜ੍ਹ ਦੇ ਵਿੱਚ ਜੋ ਧਰਨਾ ਲੱਗਿਆ ਸੀ, ਪ੍ਰੋਟੈਸਟ ਹੋਇਆ ਸੀ, ਉਹਦੇ ਤੇ ਗਰਗ ਸਾਹਿਬ ਦੇ ਵਿਚਾਰ ਜਾਣਾਂਗੇ। ਕਿਉਂਕਿ ਆਮ ਆਦਮੀ ਦੀ ਸਰਕਾਰ ਕਹਿੰਦੀ ਅਸੀਂ ਵੀ ਤੁਹਾਡੇ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ। ਸਰਕਾਰ ਕਹਿੰਦੀ ਕਿ ਸਮਾਂ ਥੋੜਾ, ਸਾਨੂੰ ਸਮਾਂ ਦਿਓ, ਅਸੀਂ ਕੰਮ ਕਰਕੇ ਦਿਖਾਵਾਂਗੇ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਸੀ, ਜੋ ਚੰਡੀਗੜ੍ਹ ਦੇ ਧਰਤੇ ਤੇ ਸੰਘਰਸ਼ ਕਰ ਰਹੀਆਂ ਸੀ, ਉਹ ਕਹਿੰਦੀਆਂ ਸੀ ਕਿ ਇਹ ਫੌਰੀ ਮੰਗਾਂ ਨੇ, ਫੌਰੀ ਇਹਨਾਂ ਦਾ ਹੱਲ ਹੋਣਾ ਬਣਦਾ, ਲੰਮੇ ਸਮੇਂ ਦਾ ਇਹਨਾਂ ਦਾ ਕੋਈ ਮਤਲਬ ਨਹੀਂ ਬਣਦਾ। ਮੰਗਾਂ ਆਪਾਂ ਜਾਣਦੇ ਹਾਂ, 13 ਮੰਗਾਂ ਦੇ ਵਿੱਚੋਂ 12 ਮੰਗਾਂ ਮੰਨ ਲਈਆਂ ਗਈਆਂ। ਬੋਨਸ ਤੇ ਗੱਲ ਤੇ ਸਹਿਮਤੀ ਨਹੀਂ ਬਣ ਪਾਈ, ਕਿਉਂਕਿ ਪੈਸੇ ਨੂੰ ਲੈ ਕੇ, ਸਰਕਾਰ ਦੇ ਖਜ਼ਾਨੇ ਨੂੰ ਲੈ ਕੇ ਉਹ ਸਹਿਮਤੀ ਨਹੀਂ ਬਣ ਪਾਈ। ਦੂਜੀ ਜੋ ਅਹਿਮ ਗੱਲ ਹੈ, ਕਹਿੰਦੇ ਕਿ ਰਾਜ ਸਭਾ ਦੀਆਂ 2 ਸੀਟਾਂ ਨੇ। ਹੁਣ ਪ੍ਰਿੰਟ ਮੀਡੀਆ ਦੇ ਵਿੱਚ ਇਸ ਗੱਲ ਦੀ ਚਰਚਾ ਕਿ 2 ਵੱਡੇ ਕਿਸਾਨ ਆਗੂਆਂ ਦਾ ਨਾਮ ਨਿਕਲ ਕੇ ਆਉਂਦਾ, ਜੋਗਿੰਦਰ ਸਿੰਘ ਉਗਰਾਹਾਂ, ਜਗਜੀਤ ਸਿੰਘ ਡੱਲੇਵਾਲ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਨੇ ਡੱਲੇਵਾਲ ਸਾਹਿਬ। ਉਗਰਾਹਾਂ ਸਾਹਿਬ ਨੂੰ ਤੁਸੀਂ ਸਾਰੇ ਜਾਣਦੇ ਹੋ, ਉਗਰਾਹਾਂ ਜਥੇਬੰਦੀ ਦੇ ਪ੍ਰਧਾਨ ਨੇ। 2 ਨਾਮ ਨਿਕਲ ਕੇ ਆਉਂਦੇ ਨੇ। ਅੱਜ ਵੀ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਨੇ ਕਿ 2 ਨਾਮ ਹੋ ਸਕਦੇ ਨੇ। ਗਰਗ ਸਾਹਿਬ ਦੇ ਅਸੀਂ ਇਹਦੇ ਤੇ ਵਿਚਾਰ ਚਰਚਾ ਕਰਾਂਗੇ, ਇਹਨਾਂ 2 ਨਾਮਾਂ ਦੇ ਉੱਤੇ, ਕਿ ਅਸਲ ਦੇ ਵਿੱਚ ਕਿੰਨੀ ਸੱਚਾਈ ਹੈ ਜੋ ਪ੍ਰਿੰਟ ਮੀਡੀਆ ਦੇ ਵਿੱਚ ਆਹ ਗੱਲਾਂ ਛਪ ਰਹੀਆਂ ਨੇ। ਪਰ ਉਸ ਤੋਂ ਪਹਿਲਾਂ ਡਾਕਟਰ ਸਾਹਿਬ, ਜੋ ਚੰਡੀਗੜ੍ਹ ਦੇ ਵਿੱਚ ਅੰਦੋਲਨ ਹੋਇਆ ਸੀ, ਮੋਹਾਲੀ ਬਾਰਡਰ ਤੇ ਕਿਸਾਨਾਂ ਨੂੰ ਰੋਕ ਲਿਆ ਗਿਆ ਸੀ, ਕੀ ਵਿਚਾਰ ਰੱਖਦੇ ਹੋ ਉਸ ਬਾਰੇ ਤੁਸੀਂ? ਦੇਖੋ, ਜਿੱਥੋਂ ਕਿ ਸਵਾਲ ਹੈ ਭੰਗੂ ਸਾਹਿਬ ਕਿਸਾਨਾਂ ਦੇ ਅੰਦੋਲਨ ਦਾ, ਕਿਸਾਨਾਂ ਨੇ ਕੋਈ ਐਂ ਤਾਂ ਹੈ ਨਹੀਂ ਵੀ ਇੱਕ ਲੱਖ ਅੰਦੋਲਨ ਕਰਤਾ। ਕਿਸਾਨ ਇਹ ਮੰਗਾਂ ਦੇ ਉੱਤੇ ਗੱਲ ਕਰਦੇ ਆਏ ਨੇ। ਪਹਿਲਾਂ ਉਗਰਾਹਾਂ ਗਰੁੱਪ ਦੀ ਜਥੇਬੰਦੀ ਨੂੰ ਉੱਥੇ ਲੰਬੀ 'ਚ ਅੰਦੋਲਨ ਕਰਨਾ ਪਿਆ, ਜਿਹਦੇ ਉੱਤੇ ਉੱਥੋਂ ਦੇ, ਕਿਉਂਕਿ ਨਰਮੇ ਦਾ ਜਿਹੜਾ ਖਰਾਬਾ ਸੀ ਉਹਦੇ ਪੈਸੇ ਉਹ ਦੇ ਨਹੀਂ ਰਹੇ ਸੀ ਠੀਕ। ਉਹ ਖਰਾਬੀ ਦੀ ਅਸੈਸਮੈਂਟ ਹੀ ਠੀਕ ਨਹੀਂ ਕਰ ਰਹੀ ਸੀ, ਅੰਦਾਜ਼ਾ ਜਿਹੜਾ ਲਾਉਣਾ ਸੀ ਅਤੇ ਸਰਵੇਖਣ ਕਰਨਾ ਸੀ। ਅਤੇ ਰੈਵਨਿਊ ਮਹਿਕਮੇ ਨੇ, DC ਨੇ ਰਲ ਕੇ ਉਹਨਾਂ ਦੇ ਨਾਲ ਕਾਫੀ ਉਹ ਵੀ ਕਰੀ, ਪਰ ਫਿਰ ਵੀ ਇਹ ਸਰਕਾਰ ਨੇ ਉਦੋਂ ਫਿਰ ਬਾਅਦ ਦੇ ਵਿੱਚ ਗੱਲਬਾਤ ਕਰਕੇ ਉਹ ਨਰਮੇ ਦਾ ਮੁਆਵਜ਼ਾ ਵੀ ਦਿੱਤਾ ਅਤੇ ਉਹਨਾਂ ਨਾਲ ਸਮਝੌਤਾ ਵੀ ਕਰਿਆ। ਇਸ ਤਰ੍ਹਾਂ ਕਈ ਗੱਲਾਂ ਦੇ ਉੱਤੇ ਚੱਲਿਆ। ਜਿਵੇਂ ਹੁਣ ਮਾਜੂ ਦਾਣਾ ਸੀ, ਸੋਕਾ ਪੈ ਗਿਆ, ਧੁੱਪ ਆ ਗਈ। ਇੰਨੀ ਧੁੱਪ ਦੇ ਵਿੱਚ ਜੇ ਫਰਵਰੀ 'ਚ ਧੁੱਪ ਪੈ ਜੇ ਤਾਂ ਪੱਕਾ ਹੀ ਹੁੰਦਾ ਮਾਰਚ ਦੇ ਵਿੱਚ ਧੁੱਪ ਪਏਗੀ ਤਾਂ ਦਾਣਾ ਮਾਜੂ ਰਹਿਣਾ ਹੈ। ਅਤੇ ਜੋ ਮਾਜੂ ਦਾਣਾ ਰਹਿ ਗਿਆ, ਅਤੇ ਪੰਜਾਬ ਸਰਕਾਰ ਨੇ ਉਦੋਂ, ਜੇ ਫਿਰ ਦੇਖੋ ਕਹਿੰਦੇ ਜੀ ਅਸੀਂ ਤਾਂ ਜੇ ਨਵੇਂ ਆਏ ਹਾਂ, ਅਤੇ ਉਹ ਨਵੇਂ ਆਉਣ ਦਾ ਤਾਂ ਕੋਈ ਮਤਲਬ ਹੀ ਨਹੀਂ। ਉਹ ਤਾਂ ਦਾਣਾ ਮੰਡੀਆਂ 'ਚ ਆ ਗਿਆ ਜਿਹੋ ਜਿਹਾ ਵੀ ਹੈ, ਉਹਨੂੰ ਖਰੀਦਣਾ ਸੀ, ਇਹਨਾਂ ਨੇ ਖਰੀਦਿਆ। ਉਦੋਂ ਵੀ ਇਹਨਾਂ ਦਾ ਸਮਝੌਤਾ ਹੋਇਆ। ਉਹ ਗੱਲ ਵੱਖਰੀ ਹੈ ਕਿ ਦੇਸ਼ ਦੇ ਵਿੱਚ ਅੰਨ ਦੇ ਭੰਡਾਰ ਇੰਨੇ ਘੱਟ ਗਏ ਕਿ ਹੁਣ ਪਹਿਲਾਂ ਨਾਲੋਂ ਅੱਧੇ ਰਹਿ ਗਏ। ਅਤੇ ਇਸ ਕਰਕੇ ਹੁਣ ਸਰਕਾਰ ਨੇ ਇੱਕ ਪਾਸੇ ਤਾਂ ਉੱਧਰ ਕੇਂਦਰ ਸਰਕਾਰ ਨੇ ਪਾਬੰਦੀ ਲਾਈ ਐਕਸਪੋਰਟ ਦੇ ਉੱਤੇ। 13 ਤਰੀਕ ਤੱਕ ਜਿਹੜੇ ਸੌਦੇ ਹੋ ਗਏ ਸੀ ਵੀ ਉਹ ਤਾਂ ਭਾਵੇਂ ਭੇਜ ਦਿਓ, ਬਾਕੀ ਨਹੀਂ ਭੇਜਣੀ। ਮੁੜ ਨਜ਼ਰਸਾਨੀ ਕਰੀ ਆ, ਉਹ ਵੀ ਪਹਿਲਾਂ ਤਾਂ ਸਾਰੀ ਪਾਬੰਦੀ ਲਾਤੀ ਸੀ। ਅਤੇ ਦੂਜੇ ਨਾਲ ਉਹਨਾਂ ਨੇ ਕਿਹਾ ਵੀ ਚਲੋ ਮਾਜੂ ਦਾਣੇ ਵਾਲੀ ਕਣਕ ਅਸੀਂ ਲੈ ਲਾਂਗੇ, ਇਹ ਕੇਂਦਰ ਨੇ ਕਹਿ ਤਾ। ਹੁਣ ਸਵਾਲ ਹੈ ਬੋਨਸ ਦਾ। ਬੋਨਸ ਦਾ ਸਵਾਲ ਹੈ ਤਾਂ ਫੌਰੀ ਹੋਈ। ਹੋਰ ਬੋਨਸ ਦਾ ਸਵਾਲ ਸਾਲ ਬਾਅਦ ਥੋੜ੍ਹਾ ਹੋਣਾ। ਸਾਲ ਬਾਅਦ ਤਾਂ ਨਵੀਂ ਫਸਲ, 6 ਮਹੀਨੇ ਨੂੰ ਨਵੀਂ ਤਾਂ ਫਸਲ ਆ ਜਾਣੀ, ਜੀਰੀ ਆ ਜਾਣੀ, ਝੋਨਾ ਆ ਜਾਣਾ। ਸੋ ਇਸ ਕਰਕੇ ਇਹ ਕੋਈ ਪੁਰਾਣੀ ਉਹ ਅਗਲੀ ਮੰਗ ਨਹੀਂ ਸੀ ਵੀ ਕਿਤੇ ਬਾਅਦ ਦੇ ਵਿੱਚ ਫੈਸਲਾ ਹੋ। ਇੱਦਾਂ ਹੀ ਪੰਚਾਇਤਾਂ ਦੇ ਜਿਹੜੀਆਂ ਜ਼ਮੀਨਾਂ 'ਤੇ ਕਹਿੰਦੇ ਸੀ ਅਸੀਂ ਪਿੰਡਾਂ ਦੀਆਂ 'ਤੇ ਖਾਲੀ ਕਰਾ ਰਹੀਆਂ। ਹੁਣ ਉਹ ਜਿਹੜੀਆਂ ਜ਼ਮੀਨਾਂ ਦਾ ਸਵਾਲ ਹੈ, ਉਹਦੇ ਵਿੱਚੋਂ ਬਹੁਤ ਸਾਰੀਆਂ ਜ਼ਮੀਨਾਂ ਅਬਾਦਕਾਰਾਂ ਦੀਆਂ ਨੇ, ਉਹਨਾਂ ਨੂੰ ਦਿੱਤੀਆਂ ਹੋਈਆਂ ਨੇ ਇੱਕ ਕਿਸਮ ਦੀਆਂ। ਉਹਨਾਂ ਕੋਲ ਨਾਮ 'ਤੇ ਨਹੀਂ ਹੈਗੀਆਂ, ਵੱਖਰੀ ਗੱਲ ਹੈ। ਦਰਿਆਵਾਂ ਦੇ ਆਲੇ ਦੁਆਲੇ ਜ਼ਮੀਨਾਂ ਸਾਫ਼ ਕਰਕੇ ਕਰੀਆਂ ਨੇ, ਉਹਦੇ ਉੱਤੇ ਕਾਫੀ ਸਮਝੌਤੇ, ਸਮਝ ਦੇ ਤਰੀਕੇ ਨਾਲ ਕੰਮ ਕਰਨ ਦੀ ਲੋੜ ਆ। ਉਹ ਵੀ ਮੌਕੇ ਦੀ ਗੱਲ ਆ ਵੀ ਭਾਈ ਤੁਸੀਂ ਕਮੇਟੀਆਂ ਬਣਾ ਕੇ ਦੇਖੋ। ਜਿਹਨੇ ਜ਼ਮੀਨ ਦੱਬੀ ਹੈ, ਦੱਬਣ 'ਚ ਅਤੇ ਆਬਾਦਕਾਰ ਹੋਣ 'ਚ ਤਾਂ ਫਰਕ ਹੈ। ਹੁਣ ਤੁਸੀਂ ਇਹ ਗੁਜਰਾਤ ਵਾਲੀ ਨਾ ਕਰੋ ਵੀ ਉੱਥੇ ਕਿਸਾਨ ਜਾ ਕੇ ਵਸਾਤੇ, ਹੁਣ ਉਹ ਉਹਨਾਂ ਨੂੰ ਕੱਢ ਰਹੇ ਨੇ 50 ਸਾਲਾਂ ਬਾਅਦ। ਸੋ ਫਿਰ ਤਾਂ ਤੁਹਾਡੇ 'ਤੇ ਗੁਜਰਾਤ ਵਾਲਿਆਂ 'ਚ ਕੀ ਫਰਕ ਰਿਹਾ ਜੀ। ਸੋ ਇਸ ਕਰਕੇ ਇਹ ਜਿਹੜੇ ਫੌਰੀ ਜਿਹੜੇ ਮਸਲੇ ਜਿਹੜੇ ਹੁੰਦੇ ਨੇ ਇੱਦਾਂ ਦੇ, ਉਹਨਾਂ ਦੇ ਉੱਤੇ ਗੱਲਬਾਤ ਤਾਂ ਤੁਰਤੀ ਕਰਨੀ ਪੈਂਦੀ ਹੈ। ਪਰ ਜਦ ਇਹਨਾਂ ਨੇ ਗੱਲਬਾਤ ਕਰਨ ਦੇ ਵਿੱਚ, ਉਹ ਤਾਂ ਗੱਲਬਾਤ ਹੀ ਕਰਨ ਗਏ ਸੀ। ਗੱਲਬਾਤ ਕਰਨ ਦੇ ਵਿੱਚ ਟ੍ਰੇਡ ਯੂਨੀਅਨ ਦਾ ਹਮੇਸ਼ਾ, ਮੈਂ ਆਪਦਾ ਲੀਡਰ ਰਿਹਾ ਡਾਕਟਰਾਂ ਦਾ, ਅਸੀਂ ਕਹਿੰਦੇ ਅਸੀਂ ਤਾਂ ਸਾਰੇ ਆਵਾਂਗੇ ਇੰਨੇ ਬੰਦੇ, ਫਿਰ ਉਹਨਾਂ 'ਚੋਂ ਕੁਛ ਬੰਦੇ ਤੁਹਾਡੇ ਨਾਲ ਗੱਲ ਕਰ ਲੈਣਗੇ। ਕਿਉਂਕਿ ਜੇ ਅਸੀਂ ਇੱਥੇ ਰੈਲੀ ਰੱਖਦੀ ਤਾਂ ਕੋਈ ਖਾਸ ਗੱਲ ਨਹੀਂ ਹੈ। ਟ੍ਰੇਡ ਯੂਨੀਅਨ ਐਕਟਿਵ ਹੀ ਤਾਂ ਲੈਂਦੇ, ਬਲਕਿ ਇਹ ਕਹਿਣਾ ਕਿ ਲੋਕ ਐਕਟਿਵ, ਮੈਂ ਤਾਂ ਕਹਿੰਦਾ ਰੈਲੀਆਂ ਹੋਣੀਆਂ ਚਾਹੀਦੀਆਂ ਨੇ, ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ, ਲੋਕ ਸਾਂਝੇ ਕੰਮਾਂ 'ਚ ਆਉਣਾ ਸਿੱਖਣ। ਵੀ ਇਹ ਨਹੀਂ ਵੀ ਘਰੀ ਬੈਠੇ ਰਹੇ, ਚੱਲ ਆਪਾਂ ਨੂੰ ਤਾਂ ਮਿਲ ਹੀ ਜਾਣਾ, ਬਾਕੀ ਵੀ ਲੈਣਗੇ। ਸੋ ਇਸ ਕਰਕੇ ਜੇ ਕਿਸਾਨ ਇੱਥੇ ਚੰਡੀਗੜ੍ਹ ਆਏ ਸੀ, ਕੋਈ ਮਾੜੀ ਗੱਲ ਨਹੀਂ ਕਰੀ ਸੀ ਉਹਨਾਂ ਨੇ। ਪਰ ਸਰਕਾਰ ਦੀ ਇੱਕ ਪ੍ਰੋਬਲਮ ਰਹੀ। ਸਰਕਾਰ ਨੇ ਜਿੱਥੇ ਭਗਵੰਤ ਮਾਨ ਜੀ ਨਾਲ ਉਹਨਾਂ ਦੀ ਮੀਟਿੰਗ ਹੋਣੀ ਸੀ, ਉਹ 2 ਘੰਟੇ ਐਵੇਂ ਬੱਸਾਂ 'ਚ ਬਿਠਾ ਕੇ ਫਿਰ ਉਤਾਰ ਤੇ ਉਹਨਾਂ ਨੂੰ ਧਰਨਾ ਮਾਰਨਾ ਪਿਆ। ਹੋਰ ਕੀ ਕਰਦੇ? ਜੇ ਉਹ ਇਹ ਡਿਊਟੀ ਲਾ ਜਾਂਦੇ, ਇੱਕ ਸਰਕਾਰ 'ਚ ਸਿਆਣੇ ਅਫਸਰ ਇਹ ਕਰਦੇ ਕਿ ਠੀਕ ਹੈ ਜੀ ਤੁਸੀਂ ਜਾ ਰਹੇ ਹੋ, ਤੁਹਾਨੂੰ ਜਾਣਾ ਪੈ ਗਿਆ, ਕੋਈ ਗੱਲ ਨਹੀਂ, ਤੁਸੀਂ ਇੰਝ ਕਰੋ ਕਿਸੇ ਮੰਤਰੀ ਦੀ ਡਿਊਟੀ ਲਾ ਦਿਓ, ਅਤੇ ਉਹ ਜਾ ਕੇ ਉਹਨਾਂ ਨਾਲ ਗੱਲ ਕਰ ਰਹੇ ਨੇ, ਉਹਨਾਂ ਨੂੰ ਦੱਸ ਦੇਣ ਵੀ ਜੀ ਅੱਜ ਤਾਂ ਫਿਰ ਇਹ ਹੈ, ਤੁਸੀਂ ਭਾਵੇਂ ਇੱਥੇ ਬੈਠਣਾ ਇੱਥੇ ਬੈਠੋ, ਆਪਦਾ ਕਿਤੇ ਆਲੇ ਦੁਆਲੇ ਰਹਿਣਾ ਰਹੋ, ਅਤੇ ਕੱਲ੍ਹ ਨੂੰ ਫਿਰ ਜਦ ਵੀ ਆ ਗਏ ਆਪਣੇ, ਜੇ ਰਾਤ ਨੂੰ ਆ ਕੇ ਰਾਤ ਨੂੰ ਗੱਲ ਕਰਾ ਦਾਂਗੇ CM ਸਾਹਿਬ। ਉਹ ਗੱਲ ਬੱਸਾਂ 'ਚ ਬਿਠਾ ਕੇ ਜੇ ਇਹ ਜਿਹਾ ਘਚੋਲਾ ਨਹੀਂ ਪੈਦਾ ਕਰੀਦਾ। ਇਹ ਘਚੋਲਾ ਪੈਦਾ ਹੋਇਆ ਸੀ। ਉਹਦੇ 'ਚ ਘਚੋਲਾ ਪੈਦਾ ਹੋਣ ਦੇ ਵਿੱਚ ਮੇਰਾ ਖਿਆਲ ਹੈ
ਪੋਲੀਟੀਕਲ ਕਮਜ਼ੋਰੀ ਵੀ ਸੀ, ਕਿਤੇ ਕਿਤੇ ਸਿਆਸੀ ਇਹ ਜਿਹੜੇ ਆਪਣੇ ਅਫਸਰਸ਼ਾਹੀ ਦਾ ਵੀ ਕਿਤੇ ਉਹ ਹੁੰਦਾ ਕਿਉਂਕਿ ਅਫਸਰਸ਼ਾਹ ਜਿਹੜੇ ਹੁੰਦੇ ਨੇ ਇਹ ਐਂ ਨਾ ਸਮਝੀ ਆਪਾਂ ਵੀ ਪੋਲੀਟੀਸ਼ੀਅਨ ਹੀ ਇਕੱਲਾ ਸਰਕਾਰ ਚਲਾਉਂਦਾ। ਅਫਸਰਸ਼ਾਹ ਤੇ ਮਾਹਰ ਬਹੁਤ ਜ਼ਿਆਦਾ ਰਾਇਆਂ ਦਿੰਦੇ ਨੇ ਔਰ ਉਹਨਾਂ ਦੀ ਡਿਊਟੀ ਹੈ ਰਾਏ ਦੇਣਾ ਕਿ ਜੀ ਨਹੀਂ ਹੈ ਨਹੀਂ ਇਹ ਤਾਂ ਐਂ ਗੱਲ ਹੋ ਜੂਗੀ, ਦੱਸਣਾ ਉਹਨਾਂ ਦੀ ਡਿਊਟੀ ਹੈ। ਉਹ ਮੰਨੇ ਕੋਈ ਪੋਲੀਟੀਸ਼ੀਅਨ ਨਾ ਮੰਨੇ ਵੱਖਰੀ ਗੱਲ ਹੈ। ਸੋ ਉਹ ਮੈਨੂੰ ਲੱਗਦਾ ਕਿਤੇ ਉਹ ਰਾਏ 'ਚ ਵੀ ਕਮਜ਼ੋਰੀ ਰਹੀ ਹੈ। ਠੀਕ ਰਾਏ ਦੇਣੀ ਹੁੰਦੀ ਹੈ, ਲਾ ਐਂਡ ਆਰਡਰ ਕੈਸਾ ਹੈ, ਲੋਕਾਂ ਦਾ ਪ੍ਰਭਾਵ ਕੀ ਹੋਊਗਾ, ਆਹ ਸਿਚੁਏਸ਼ਨ ਇੱਕ ਲਖਤ ਆ ਗਈ ਇਹਦੇ 'ਚ ਹੁਣ ਕੀ ਕਰੀਏ। ਇਹ ਅਫਸਰ ਐਵੇਂ ਨਹੀਂ ਹੁੰਦੇ, ਅਫਸਰਾਂ ਨੇ ਸਾਰੀ ਉਮਰ ਲੰਘਾਈ ਹੁੰਦੀ ਹੈ, ਉਹਨਾਂ ਨੂੰ ਟ੍ਰੇਨਿੰਗ ਹੁੰਦੀ ਹੈ। ਸੋ ਉਹ ਦੱਸਦੇ ਨੇ ਵੀ ਆਪਾਂ ਐਂ ਕਰ ਸਕਦੇ ਹਾਂ, ਦੇਖ ਲਓ। ਕਰਨਾ ਤਾਂ ਪੋਲੀਟੀਸ਼ੀਅਨ ਨਹੀਂ ਹੁੰਦਾ। ਸੋ ਉਹਦੇ 'ਚ ਕਮਜ਼ੋਰੀ ਰਹੀ ਆ। ਪਰ ਮੇਰਾ ਖਿਆਲ ਹੈ ਵੀ ਇਹ ਧਰਨਾ ਇੱਕ ਤਰੀਕੇ ਨਾਲ ਠੀਕ ਹੀ ਰਿਹਾ। ਇੱਕ ਤਾਂ ਇਹ ਹੈ ਕਿ 23 ਜਥੇਬੰਦੀਆਂ ਨੇ ਇਕੱਠੇ ਹੋ ਕੇ ਮਾਰਿਆ ਧਰਨਾ ਇਹ, ਤੇ ਜਦ ਇਹ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਪਹਿਲਾਂ ਕਦੇ ਇਕੱਠਾ ਐਕਸ਼ਨ ਉੱਥੋਂ ਜਦ ਇੱਕ ਵਾਰੀ ਆ ਗਏ ਸੀ ਉਦੋਂ ਬਾਅਦ ਇਕੱਠਾ ਐਕਸ਼ਨ ਨਹੀਂ ਕਰਿਆ ਸੀ। ਸਿਰਫ ਦਰਬਾਰ ਸਾਹਿਬ 'ਚ ਜ਼ਰੂਰ ਇਕੱਠੇ, ਤਕਰੀਬਨ ਉਹ ਵੀ ਇਕੱਠੇ ਨਹੀਂ ਗਏ ਸੀ, ਕੁਛ ਕਦੇ ਗਏ ਸੀ। ਉਦੋਂ ਬਾਅਦ ਇਹਨਾਂ ਦਾ ਐਕਸ਼ਨ ਟੁੱਟ ਚੁੱਕਿਆ ਸੀ। ਚੋਣਾਂ ਨੇ ਬਿਲਕੁਲ ਹੀ ਇਹਨਾਂ ਦੀ ਮੈਂ ਕਹਾਂਗਾ ਬਿੱਠ ਤੋੜਤੀ ਸੀ ਕਿਸਮ ਦੀ। ਇਕੱਲਾ ਉਗਰਾਹਾਂ ਗਰੁੱਪ ਸੀ ਜਿਹੜਾ ਜ਼ਿਆਦਾ ਕੰਮ ਮਤਲਬ ਸਟਰਗਲ ਕਰਦਾ ਰਿਹਾ। ਬਾਕੀ ਡੱਲੇਵਾਲ ਸਾਹਿਬ ਦੇ ਗਰੁੱਪ ਨੇ ਵੀ, ਡਕੌਂਦਾ ਜਥੇਬੰਦੀ ਨੇ ਤਾਂ ਬਹੁਤ ਥੋੜ੍ਹਾ ਕਰਿਆ, ਤੇ ਇਹ ਜਾਂ ਫਿਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮਾਝੇ ਵਾਲੀ ਉਹ ਕੁਛ ਨਾ ਕੁਛ ਕਰਦੀ ਰਹੀ ਹੈ। ਸੋ ਮੈਨੂੰ ਐਂ ਲੱਗਦਾ ਵੀ ਇਹ 23 ਜਥੇਬੰਦੀਆਂ ਦਾ ਇਕੱਠਾ ਹੋਣਾ ਆਪਣੇ ਆਪ 'ਚ ਇੱਕ ਸ਼ੁਭ ਸੰਕੇਤ ਹੈ, ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਜਾਂ ਮੁਲਕ ਦੇ ਵਿੱਚ ਕੋਈ ਚੰਗਾ ਬਦਲਾਅ ਹੋਣਾ ਪੋਜ਼ੀਟਿਵ, ਉਹ ਬਦਲਾਅ ਤਾਂ ਹੀ ਹੋਣਾ ਹੈ ਜੇ ਲੋਕ ਇਕੱਠੇ ਹੋ ਕੇ ਹੁਣ ਜਿਹੜਾ ਇਹ ਪਾਣੀ ਖੜ ਚੁੱਕਿਆ ਸੜਿਆ ਹੋਇਆ ਇਹਨੂੰ ਬਦਲਣਗੇ। ਇਹਦੇ ਵਾਸਤੇ ਜ਼ੋਰ ਲਾਉਣਾ ਪੈ ਗਿਆ। ਤੇ ਚਾਹੇ ਨਹੀਂ ਵੀ ਖੁੰਬਾਂ ਵਾਂਗੂ ਨਹੀਂ ਲੀਡਰਸ਼ਿਪ ਉੱਗਰ ਸਕਦੀ ਜਿੱਦਾਂ ਇਹ ਸੋਚਦੇ ਨੇ। ਜਿਵੇਂ ਆਹ ਜਿਹੜਾ ਸੰਯੁਕਤ ਸਮਾਜ ਮੋਰਚਾ ਬਣਾਇਆ ਸੀ ਉਹਦੀ ਤਾਂ ਖੁੰਬਾਂ ਵਾਂਗੂ ਲੀਡਰ ਨਾਲ ਹੀ ਗੱਲ ਹੀ ਸੀ ਨਾ, ਜਿਹੜਾ ਮਰਜ਼ੀ ਆ ਗਿਆ, ਆ ਜੋ ਕੱਚਾ ਪੱਕਾ ਜੋ ਮਰਜ਼ੀ ਕਰ ਲਓ, ਆਪਾਂ ਨੂੰ ਪਤਾ ਹੀ ਹੈ ਜੋ ਹਾਲ ਹੋਇਆ। ਸੋ ਇਹ ਚੰਗੀ ਗੱਲ ਹੋਈ ਹੈ, ਇਹ 'ਚ ਕੋਈ ਮਾੜੀ ਗੱਲ ਨਹੀਂ ਹੋਈ। ਔਰ ਮੈਂ ਕਹਾਂਗਾ ਸਰਕਾਰ ਨੇ ਵੀ ਸਿਆਣਪ ਕਰੀ ਹੈ, ਆਉਣ ਸਾਰ ਉਹਨਾਂ ਨੇ ਗੱਲਬਾਤ ਕਰੀ ਹੈ। ਗੱਲਬਾਤ ਕਰਕੇ ਜਿਹੜੀਆਂ ਗੱਲਾਂ ਹੁਣ ਤੁਸੀਂ BBMB ਦੇ ਉੱਤੇ ਸਾਡਾ ਜਿਹੜਾ ਹੈਗਾ, ਜਿਹੜਾ ਕੇਂਦਰ ਨੇ ਜੋ ਕਰਿਆ ਉਹਦੇ 'ਚ ਭਗਵੰਤ ਮਾਨ ਤਾਂ ਕੁਛ ਨਹੀਂ ਕਰ ਸਕਦੇ ਨਾ, ਉਹ ਤਾਂ ਉੱਥੇ ਮੰਗੇ ਉਠਾ ਸਕਦੇ ਨੇ ਨਾ। ਤੇ ਉਹ ਤਾਂ ਬਲਕਿ ਦੂਜੀਆਂ ਪਾਰਟੀਆਂ ਨੂੰ ਕਹਿਣਾ ਚਾਹੀਦਾ ਵੀ BBM ਦੇ ਉੱਤੇ ਆ ਜਿਹੜਾ ਤੁਸੀਂ ਸਾਡਾ ਇੰਜੀਨੀਅਰ ਹਟਾਇਆ ਹੀ ਨਹੀਂ ਹੈ, ਸਾਡਾ ਹਿੱਸਾ ਤਾਂ ਸਾਡੇ ਨਾਲ ਇਨਸਾਫ ਕਿਵੇਂ ਹੋਏਗਾ। ਪਰ ਉਹ ਪਾਰਟੀਆਂ ਤਾਂ ਇੱਕ ਦੂਜੇ ਨੂੰ ਕ੍ਰਿਟੀਸਾਈਜ਼ ਕਰਨ ਤੇ ਲੱਗੀਆਂ ਹੋਈਆਂ ਨੇ। ਮੈਨੂੰ ਇਹ ਲੱਗਦਾ ਹੈ ਇਹਦੇ ਬੋਨਸ ਦੇ ਉੱਤੇ ਇਕੱਲੇ ਪੈਸੇ ਦਾ ਸਵਾਲ ਨਹੀਂ ਹੈ। ਬੋਨਸ ਕਿਉਂਕਿ ਜਿਹੜੀ ਇਹ ਕੁਦਰਤੀ ਆਫਤ ਹੈ, ਜਿਹੜਾ ਧੁੱਪ ਜ਼ਿਆਦਾ ਪੈ ਗਈ ਇਹ ਕੁਦਰਤੀ ਆਫਤ ਹੈ। ਜਿਵੇਂ ਕਦੇ ਮੀਂਹ ਪੈ ਗਿਆ, ਹੜ੍ਹ ਆ ਗਏ, ਸੋਕਾ ਪੈ ਗਿਆ, ਬਿਮਾਰੀ ਪੈ ਗਈ। ਆ ਕਰੋਨਾ ਕੀ ਸੀ? ਕਰੋਨਾ ਬਿਮਾਰੀ ਹੋਈ ਸੀ ਨਾ, ਉਹ ਵੀ ਕੁਦਰਤੀ ਆਫਤ ਸੀ। ਭੁਚਾਲ ਆ ਜਾਂਦਾ ਉਹ ਵੀ ਕੁਦਰਤੀ ਆਫਤ ਹੁੰਦੀ ਹੈ, ਸੁਨਾਮੀ ਆ ਜਾਂਦੀ ਉਹ ਵੀ ਕੁਦਰਤੀ ਆਫਤ ਹੁੰਦੀ ਹੈ, ਤੇ ਤੂਫਾਨ ਆ ਜਾਂਦੇ ਨੇ ਸਮੁੰਦਰੀ ਉਹ ਵੀ ਕੁਦਰਤੀ ਆਫਤ ਹੁੰਦੀ ਹੈ। ਸੋ ਕੁਦਰਤੀ ਆਫਤ ਵਾਸਤੇ ਉਹਦੇ ਪ੍ਰਬੰਧ ਵਾਸਤੇ ਪੈਸਾ ਰੱਖਿਆ ਹੋਇਆ ਹੈ ਕੇਂਦਰ ਸਰਕਾਰ ਨੇ। ਉਹਦੇ 'ਚ ਸਟੇਟ ਜਿਹੜਾ ਹੈਗਾ ਆਫਤ ਪ੍ਰਬੰਧਨ ਪੈਸਾ ਇੱਕ ਤਾਂ ਸਟੇਟ ਦਾ, ਤੇ SD ਜਿਹੜਾ ਸਟੇਟ ਡਿਜ਼ਾਸਟਰ ਮੈਨੇਜਮੈਂਟ ਫੰਡ, ਦੂਜਾ ਹੈਗਾ ਨੈਸ਼ਨਲ ਡਿਜ਼ਾਸਟਰ ਰਿਲੀਫ ਫੰਡ। ਇਹ ਸਾਰੇ ਜਿਹੜੇ ਫੰਡ ਨੇ ਇਸੇ ਕੰਮ ਵਾਸਤੇ ਹੁੰਦੇ ਨੇ ਵੀ ਜੇ ਕੋਈ ਕੁਦਰਤੀ ਆਫਤ ਆ ਜੇ ਤਾਂ ਉਸ ਆਫਤ ਦੇ ਵਿੱਚ ਉਹ ਪੈਸੇ ਵਰਤਿਆ ਜਾਵੇ। ਸੋ ਉਹ ਸਾਡਾ ਮੰਗਣਾ ਹੱਕ ਹੈ, ਸਾਡਾ ਕਹਿਣਾ ਹੱਕ ਹੈ। ਸੋ ਇਸ ਕਰਕੇ ਜੇ ਕਿਉਂਕਿ ਜਿਹੜਾ ਸਟੇਟ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਉਹਨੂੰ ਵੀ ਕੇਂਦਰ ਦੀ ਮਨਜ਼ੂਰੀ ਨਾਲ ਹੀ ਵਰਤਿਆ ਜਾ ਸਕਦਾ ਹੈ। ਅਸੀਂ ਸਟੇਟਾਂ ਉਹਦੇ 'ਚ ਕੰਟਰੀਬਿਊਟ ਵੀ ਕਰਦੇ ਹਾਂ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਇਹ ਕਿਉਂਕਿ ਕੁਦਰਤੀ ਆਫਤ ਹੈ, ਕਣਕ ਸਾਡੀ ਮਾਰੀ ਗਈ ਹੈ, ਮਾਝੂ ਦਾਣਾ ਹੋ ਗਿਆ, ਉਹਦੇ ਨਾਲ ਝਾੜ ਬਹੁਤ ਘੱਟ ਗਿਆ। ਇਹ ਤਾਂ 13% ਕਹਿੰਦੇ, ਮੇਰਾ ਅਸੈਸਮੈਂਟ ਇਹ ਹੈ ਸਾਰੇ ਪਾਸੇ ਹਿਸਾਬ ਕਿਤਾਬ ਲਾ ਕੇ ਵੀ ਇਹ ਤਕਰੀਬਨ 18 ਤੋਂ 20% ਘਟਿਆ, 20% ਘਟਿਆ ਮੇਰੇ ਹਿਸਾਬ ਨਾਲ। ਕਿਉਂਕਿ ਜਿਹੜੀ ਪਰਚੇਜ਼ ਹੋਈ ਹੈ ਉਹ ਘਟੀ ਹੈ 28%। 8% ਆਪਾਂ ਮੰਨ ਲਓ ਵੀ ਲੋਕਾਂ ਨੇ ਹੋਰਡਿੰਗ ਕਰ ਲਈ ਵੀ ਆਪਾਂ ਨਹੀਂ ਵੇਚਦੇ ਅਜੇ, ਸ਼ਾਇਦ ਹੋਰ ਭਾਅ ਵਧੇ, ਪਰ 20% ਦਾ ਤਾਂ ਇਹ ਖਰਾਬਾ ਹੋਇਆ ਹੀ ਹੋਇਆ। ਸੋ ਉਹ ਜਿਹੜਾ ਜਿੰਨਾ ਇੰਨਾ ਜ਼ਿਆਦਾ ਅਨਾਜ ਘਟ ਗਿਆ ਤਾਂ ਫਿਰ ਉਹਦੇ 'ਤੇ ਕੋਈ ਨਾ ਕੋਈ 500 ਰੁਪਏ ਬੋਨਸ ਤਾਂ ਮੇਰੇ ਹਿਸਾਬ ਨਾਲ ਤਾਂ ਕੋਈ ਬਹੁਤ ਜ਼ਿਆਦਾ ਬੋਨਸ ਦੀ ਮੰਗ ਨਹੀਂ ਹੈ, ਇਹ ਬਹੁਤ ਛੋਟੀ ਹੈ। ਸੋ ਕੋਈ ਗੱਲ ਨਹੀਂ, ਇਹਦੇ 'ਤੇ ਉਹਨਾਂ ਨੇ ਆਖਿਆ ਵੀ ਕੋਈ ਨਹੀਂ ਆਪਾਂ ਕੇਂਦਰ ਨਾਲ ਗੱਲ ਕਰਦੇ ਹਾਂ। ਸੋ ਬਾਕੀ ਮੰਗਾਂ 'ਤੇ ਸਿਰਦਰਤਾ ਨਾਲ ਉਹਨਾਂ ਦਾ ਵਿਚਾਰ ਹੋਇਆ। ਮੂੰਗੀ ਦੀ ਉਹਨਾਂ ਨੇ 7275 ਰੁਪਏ MSP ਅਨਾਊਂਸ ਹੀ ਕਰਤੀ ਹੈ, ਤੇ ਜਿਹੜੀ ਬਾਸਮਤੀ ਆ ਉਹਦੇ 'ਤੇ ਕੇਂਦਰ ਦੇ ਨਾਲ ਹੀ ਗੱਲ ਕਰਨੀ ਹੈ। ਮੱਕੀ ਦੇ ਉੱਤੇ ਵੀ, ਕਿਉਂਕਿ ਮੱਕੀ ਤੇ ਬਾਸਮਤੀ ਤਾਂ ਉਹਦੇ ਆਲਰੇਡੀ ਉਹਦੇ ਅਧਿਕਾਰ ਖੇਤਰ 'ਚ ਕੇਂਦਰ ਦੇ। ਸੋ ਇਸ ਵਾਸਤੇ ਤੇ ਕਈਆਂ ਦਾ ਇਹ ਵਿਚਾਰ ਹੈ ਕਿ ਦੇਖੋ ਜੀ ਇਹ ਤਾਂ ਖੇਤੀ ਤਾਂ ਮੈਂ BJP ਦਾ ਬੇਸਿਕ ਵਿਚਾਰ ਆ ਰਿਹਾ, ਖੇਤੀ ਤਾਂ ਜੀ ਸੂਬਿਆਂ ਦਾ ਵਿਸ਼ਾ ਹੈ, ਫਿਰ ਸੂਬਿਆਂ ਦਾ ਵਿਸ਼ਾ ਆਪੇ ਕਰ ਰਹੇ ਨੇ MSP। ਖੇਤੀ ਸੂਬਿਆਂ ਦਾ ਵਿਸ਼ਾ ਹੈ, ਮਾਰਕੀਟਿੰਗ ਸੂਬਿਆਂ ਦਾ ਵਿਸ਼ਾ ਨਹੀਂ। ਖੇਤੀ ਦਾ ਵਪਾਰ ਜਿਹੜਾ ਜਿੰਸਾਂ ਦਾ ਵਪਾਰ ਹੈ ਉਹ ਰੌਲਾ ਹੋਰ ਕੀ ਸੀ ਵੀ ਤੁਸੀਂ ਜਿੰਸ ਦਾ, ਅਸੀਂ ਤਾਂ ਮਾਰਕੀਟ ਕਰਦੇ ਹਾਂ ਜਿੰਸ ਦੀ, ਜਿਹੜੀ ਖਰੀਦਣੀ ਹੈ, ਜਿਹੜਾ ਫੂਡ ਸਿਕਿਉਰਿਟੀ ਹੈ, ਫੂਡ ਸਿਕਿਉਰਿਟੀ ਤਾਂ ਭਾਰਤ ਸਰਕਾਰ ਦੀ ਹੈ ਨਾ।
ਫੂਡ ਦੀ ਕੁਆਲਿਟੀ ਵੀ ਭਾਰਤ ਸਰਕਾਰ ਨੇ ਕਰਨੀ ਹੈ, FSSAI ਐਕਟ ਬਣਿਆ ਹੋਇਆ। ਸੋ ਇਸ ਕਰਕੇ ਇਹ ਭਾਰਤ ਸਰਕਾਰ ਦਾ ਹੀ ਕੰਮ ਹੈ। ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ ਕਿ ਜੇ ਇਹੋ ਜਿਹੀ ਕੋਈ ਸਮੱਸਿਆ ਆਉਂਦੀ ਹੈ ਉਹਦਾ ਹੱਲ ਲੱਭਿਆ ਜਾਵੇ। 23 ਫਸਲਾਂ ਤੇ ਜਿਨ੍ਹਾਂ ਤੇ MSP ਉਹਨਾਂ ਨੇ ਦਿੱਤੀ ਹੋਈ ਹੈ ਉਹ ਦੇਣ ਦੀ ਸਹਿਰਦਤਾ ਨਾਲ ਕੋਸ਼ਿਸ਼ ਕਰਨ। ਕਿਸਾਨਾਂ ਨਾਲ ਉਹਨਾਂ ਨੇ ਵਾਅਦਾ ਵੀ ਕਰਿਆ ਸੀ ਵੀ ਅਸੀਂ ਤੇ ਕਮੇਟੀ ਬਣਾਵਾਂਗੇ, ਜੇ ਕਰਾਂਗੇ ਉਹ ਕਰਾਂਗੇ, ਉਹ ਕਰੇ ਤਾਂ ਕੁਝ ਹੈ ਨਹੀਂ। ਹੁਣ ਤਾਂ ਉਹਨਾਂ ਨੂੰ ਲੱਗਿਆ ਵੀ ਕਿਸਾਨਾਂ ਦਾ ਤਾਂ ਏਕਾ ਟੁੱਟ ਗਿਆ, ਪਰ ਉਹ ਭੁਲੇਖੇ 'ਚ ਨੇ। ਹਾਲਾਂਕਿ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕਰੀ ਹੈ। ਇੱਥੇ ਵੀ ਬਾਰਡਰ ਏਰੀਆ 'ਚ ਕੋਈ ਬਣਾਈ ਹੈ ਜਥੇਬੰਦੀ, ਮੈਨੂੰ ਇਹ ਲੱਗਦਾ ਉਹ RSS ਦੀ ਹੋਈ ਹੈ। ਅਤੇ ਉੱਥੇ ਉਹ ਟਕੈਤ ਸਾਹਿਬ ਨੂੰ ਜਿਹੜਾ ਉਹਨਾਂ ਨੇ ਹਟਾ ਕੇ ਇਹ ਦੋਨਾਂ ਭਰਾਵਾਂ ਨੂੰ ਵੀ ਅਸੀਂ ਤਾਂ ਆਪਦੀ ਬਣਾ ਲਈ, ਉਹ ਵੀ ਕੁਛ ਉਸੇ ਤਰ੍ਹਾਂ ਦਾ ਖੇਡ ਹੈ। ਪਰ ਇਹ ਜਥੇਬੰਦੀਆਂ ਸਮਝ ਆਉਣਗੀਆਂ। ਹਰਿਆਣੇ 'ਚ ਚਡੂਨੀ ਸਾਹਿਬ ਨੇ ਕਾਫੀ ਐਕਸ਼ਨ ਲਿਆ ਹੁਣ ਪਿੱਛੇ ਜਦ ਟਾਵਰਾਂ ਦਾ ਝਗੜਾ ਸੀਗਾ। ਅਤੇ ਮੈਨੂੰ ਲੱਗਦਾ ਹੈ ਵੀ ਕਿਸਾਨ ਹੌਲੀ ਹੌਲੀ, ਇੱਕ ਲੱਖ ਤਾਂ ਨਹੀਂ ਇਕੱਠੇ ਹੋਣੇ, ਕਿਸਾਨ ਹੌਲੀ ਹੌਲੀ ਇਕੱਠੇ ਹੋਣਗੇ। ਪਰ ਕਿਸਾਨਾਂ ਨੂੰ ਇੱਕ ਗੱਲ ਦੇ ਉੱਤੇ ਜ਼ਰੂਰ ਇਹ ਕਰਨਾ ਪਊਗਾ, ਜਿਹੜਾ ਕਿਸਾਨਾਂ ਨੂੰ ਵੀ ਸੋਚਣ ਦੀ ਲੋੜ ਹੈ ਕਿ ਜਦੋਂ ਕਹਿੰਦੇ ਨੇ ਵੀ ਅਸੀਂ ਬਸ ਵੀ ਸਾਡੀ ਮੰਗ ਪੂਰੀ ਕਰੋ, ਉਹਨਾਂ ਨੂੰ ਓਵਰਆਲ ਵੀ ਮਜ਼ਦੂਰ ਜਿਹੜਾ ਖੇਤ ਮਜ਼ਦੂਰ ਆ ਉਹਦਾ ਕੀ ਬਣਦਾ। ਹਾਲਾਂਕਿ ਇਹਨਾਂ ਨੇ ਉਦੋਂ ਮੁਆਵਜ਼ਾ ਲਿਆ ਹੈ, ਖੇਤ ਮਜ਼ਦੂਰ ਵਾਸਤੇ ਵੀ ਮੁਆਵਜ਼ਾ ਲਿਆ ਨਰਮੇ ਦੇ ਵਿੱਚ। ਉਹ ਕਿਸਾਨਾਂ ਨੇ ਲੜਾਈ ਕਰੀ ਆ ਬਹੁਤੀ, ਖੇਤ ਮਜ਼ਦੂਰਾਂ ਨੇ ਉਨੀ ਨਹੀਂ ਕਰੀ। ਸੋ ਇਹ ਮਨਰੇਗਾ ਦੇ ਵਾਸਤੇ, ਖੇਤ ਮਜ਼ਦੂਰਾਂ ਦੇ ਵਾਸਤੇ, ਜਿਵੇਂ ਦਿਹਾੜੀ 'ਤੇ ਕਈਆਂ ਨੇ ਹੁਣ ਬਾਈਕਾਟ ਝੋਨਾ ਲਾਉਣ 'ਤੇ ਕਰਿਆ, ਇਹਨਾਂ ਗੱਲਾਂ 'ਚੋਂ ਗਰੇਜ ਕਰਨਾ ਚਾਹੀਦਾ। ਜਥੇਬੰਦੀਆਂ ਨੇ ਤਾਂ ਨਹੀਂ ਕਰਿਆ ਉਹ ਬਾਈਕਾਟ, ਉਹ ਵੀ ਸ਼ਾਇਦ ਉਹ ਲੋਕਾਂ ਨੇ ਕਰਵਾਇਆ ਬਾਈਕਾਟ ਪਿੰਡਾਂ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਇਕੱਠੇ, ਕਿਸਾਨ ਮਜ਼ਦੂਰ ਨੂੰ ਇਕੱਠਾ ਨਹੀਂ ਹੋਣ ਦੇਣਾ ਚਾਹੁੰਦੇ। ਬਹੁਤ ਸਾਰੇ ਹਿੱਤ ਐਸੇ ਵੀ ਨੇ ਜਿਹੜੇ ਕਹਿੰਦੇ ਨੇ ਵੀ ਕਰਜ਼ੇ ਤਾਂ ਉਹ ਕਹਿੰਦੇ ਨੇ ਵੀ ਤੇਰੇ ਹਿੱਤ ਦੀਆਂ, ਹੁੰਦੇ ਐਕਚੁਅਲੀ ਉਲਟ ਨੇ। ਬਹੁਤ ਸਾਰੇ ਐਸੇ ਹਿੱਤ ਨੇ ਜਿਹੜੇ ਕਹਿੰਦੇ ਮਜ਼ਦੂਰ ਮਜ਼ਦੂਰ ਰਹੇ, ਉਹਦੀ ਕਿਸਾਨ ਨਾਲ ਟੱਕਰ ਪਈ ਰਹੇ, ਤਾਂ ਕਿ ਅਸੀਂ ਉੱਤੇ ਬੈਠ ਕੇ ਬਿੱਲੀਆਂ ਤੇ ਬਾਂਦਰ ਵਾਲੀ ਖੇਡ ਖੇਡਦੇ ਨੇ। ਸੋ ਉਹਨਾਂ ਦੀ ਵੀ ਪਛਾਣ ਕਰਨੀ ਜ਼ਰੂਰੀ ਹੁੰਦੀ ਹੈ। ਪਰ ਕਿਸਾਨ ਜਥੇਬੰਦੀਆਂ ਬਾਈ ਐਂਡ ਲਾਰਜ ਆਮ ਤੌਰ 'ਤੇ ਜੇ ਮੈਂ ਦੇਖਾਂ, ਮੋਟੇ ਤੌਰ 'ਤੇ ਤਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਦੇ ਉਲਟ ਨਹੀਂ ਹੈਗੀਆਂ। ਪਰ ਫਿਰ ਵੀ ਕਿਤੇ ਤੁਸੀਂ ਬੀਜਣਾ ਤਾਂ ਕਿਸੇ ਚੀਜ਼ ਦਾ ਨਹੀਂ ਹੁੰਦਾ। ਸੋ ਹੁਣ ਉਹਨਾਂ ਨੂੰ ਹੋਰ ਜ਼ਿਆਦਾ ਚੇਤਨਾ ਦੇ ਨਾਲ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਗਰਾਹਾਂ ਜਥੇਬੰਦੀ ਇਸ 'ਚ ਕਾਫੀ ਜ਼ਿਆਦਾ ਜ਼ੋਰ ਲਾ ਰਹੀ ਹੈ। ਬਾਕੀਆਂ ਨੂੰ ਵੀ ਜ਼ੋਰ ਲਾਉਣਾ ਚਾਹੀਦਾ ਕਿ ਮਜ਼ਦੂਰ, ਖੇਤ ਮਜ਼ਦੂਰ ਨੂੰ ਔਰ ਕਿਸਾਨ ਨੂੰ ਇਕੱਠੇ ਹੋਣਾ ਹੀ ਪੈਣਾ, ਅਤੇ ਉਹ ਤਾਂ ਹੀ ਹੋਣੀ ਹੈ। ਅਤੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਦੀ ਠੇਕਾ ਵੀ ਹੁੰਦਾ, ਉਹਦੇ 'ਚ ਵੀ ਇਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ 1/3 ਤੁਸੀਂ ਇਹਨਾਂ ਨੂੰ ਕੋਆਪਰੇਟਿਵ ਫਾਰਮਿੰਗ ਵਾਸਤੇ ਦਿਓ, ਤਾਂ ਕਿ ਆਪਣੀ ਰੋਟੀ 'ਤੇ ਚਲਾਉਣ ਨਾ। ਜੀ ਬਿਲਕੁਲ। ਡਾਕਟਰ ਸਾਹਿਬ, ਇੱਕ ਖਬਰ ਹੋਰ ਪ੍ਰਿੰਟ ਮੀਡੀਆ 'ਚ ਛਪੀ ਹੋਈ ਹੈ, ਕਹਿੰਦੇ ਕਿ ਵੀ ਜੋ 2 ਰਾਜ ਸਭਾ ਮੈਂਬਰ ਚੁਣਦੇ ਨੇ ਆਮ ਆਦਮੀ ਪਾਰਟੀ ਵੱਲੋਂ, ਇੱਕ ਜੋਗਿੰਦਰ ਸਿੰਘ ਉਗਰਾਹਾਂ ਹੋਰੀ, ਦੋਨਾਂ ਦਾ ਨਾਮ ਹੋ ਸਕਦਾ, ਦੂਜਾ ਨਾਮ ਜਗਜੀਤ ਸਿੰਘ ਡੱਲੇਵਾਲ ਸਾਹਿਬ ਦਾ ਹੋ ਸਕਦਾ। ਹਾਲਾਂਕਿ ਮੈਂ ਦੋਨਾਂ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਗੱਲ ਹੋ ਨਹੀਂ ਪਾਈ। ਪਰਸੋਂ ਮੇਰੀ ਗੱਲ ਹੋਈ ਸੀ ਉਗਰਾਹਾਂ ਸਾਹਿਬ ਨਾਲ, ਅੱਧਾ ਪੌਣਾ ਘੰਟਾ ਗੱਲ ਹੋਈ ਗਈ, ਤੇ 2-3 ਦਿਨ ਪਹਿਲਾਂ ਡੱਲੇਵਾਲ ਸਾਹਿਬ ਆਪਣੇ ਸਟੂਡੀਓ ਆਏ ਹੋਏ ਸੀ, 3-4 ਘੰਟੇ ਉਹ ਰੁਕੇ ਗਏ। ਫਿਲਹਾਲ ਉਹਨਾਂ ਦਾ ਵਰਸ਼ਨ ਅਜੇ ਲਿਆ ਨਹੀਂ ਗਿਆ। ਤੁਹਾਡੇ ਕੋਲੋਂ ਤੁਹਾਡੇ ਕੀ ਵਿਚਾਰ ਹੋ ਸਕਦੇ ਨੇ ਇਸ ਜੋ ਪ੍ਰਿੰਟ ਮੀਡੀਆ ਦੇ ਵਿੱਚ ਖਬਰ ਛਪੀ ਹੋਈ ਹੈ, ਉਹ ਜਾਣਨਾ ਚਾਹੁੰਦੇ ਹਾਂ। ਦੇਖੋ ਇੱਕ ਗੱਲ ਹੈ, ਉਹ ਕਹਿੰਦੇ ਵੀ ਮੈਂ ਲੰਗੋਟਾ ਡਾਕ ਇੱਕ ਕਹਿੰਦੇ ਹੁੰਦੇ ਅਸੀਂ, ਲੰਗੋਟਾ ਡਾਕੇ ਹੁੰਦੀ ਹੈ, ਵਿੱਚੋਂ ਮਰਜ਼ੀ ਕਹਿ ਦਿਓ। ਅੱਜ ਕੱਲ੍ਹ ਸਾਡੇ ਰਿਵਾਜ਼ ਚੱਲ ਪਏ ਫਟਾਫਟੀ ਉਹਨੂੰ ਕਿਆਸ ਰਾਈਆਂ, ਹੋਰ ਚੰਗੀਆਂ ਵੀ ਹੁੰਦੀਆਂ ਨੇ ਕਿਆਸ ਰਾਈਆਂ, ਪਰ ਕਿਆਸ ਰਾਈਆਂ ਜੇ ਕੋਈ ਜਿਹੜਾ ਅੰਦਾਜ਼ੇ ਹੁੰਦੇ ਨੇ, ਉਹ ਅੰਦਾਜ਼ੇ ਨਾ ਸੰਗ ਪਰ ਇੱਧਰ ਉੱਧਰ ਤਾਂ ਹੋ ਸਕਦੇ ਨੇ, ਪਰ ਉਹ ਕਿੱਡਾ ਪਰ ਇੱਧਰ ਉੱਧਰ ਨਾ ਹੋ ਜਾਣ। ਜੇ ਉਹ ਕਿੱਡਾ ਪਰ ਇੱਧਰ ਉੱਧਰ ਹੋ ਜਾਂਦੇ ਨੇ। ਆ ਇੱਕ ਕੈਂਸਰ ਦਾ ਸਰਵੇ ਕਰਿਆ ਸੀ PGI ਨੇ, ਜਿੰਨਾ ਉਹਨਾਂ ਨੇ ਲਿਖਿਆ ਪੂਰੇ ਧਰੰਦਰਾਂ ਨੇ ਇਕੱਠਾ ਹੋ ਕੇ ਵੀ ਇੰਨੇ ਕੇਸ ਹੋਣਗੇ, ਉਦੋਂ ਜਾਂ ਤਾਂ 10 ਗੁਣਾ ਕੇਸ ਨਿਕਲੇ ਜਾਂ ਉਦੋਂ 10ਵਾਂ ਹਿੱਸਾ ਨਿਕਲੇ। ਮੈਂ ਕਿਹਾ ਯਾਰ ਜੱਟ ਤਾਂ ਕਹਿੰਦੇ ਹੁੰਦੇ ਸੰਗ ਪਰ ਇੱਧਰ ਉੱਧਰ, ਇਹਨਾਂ ਦਾ ਕਿੱਡਾ ਪਰ ਇੱਧਰ ਉੱਧਰ ਹੋ ਕੇ ਵੀ ਨਹੀਂ ਸਰਿਆ। ਉਹ ਕੋਈ ਅੰਦਾਜ਼ਾ ਨਹੀਂ ਹੁੰਦਾ। ਸੋ ਇਹੋ ਜਿਹੇ ਅੰਦਾਜ਼ਾ ਇਹ ਲੰਗੋਟਾ ਡਾਕ ਲੱਗਦੀ ਆ ਮੈਨੂੰ। ਅਤੇ ਇਹ ਜਿਹੜੇ ਲਿਖਣ ਵਾਲੇ ਵੀ, ਇੱਕ ਕਿਸੇ ਪਿੰਡ 'ਚ ਸੀਗਾ, ਉਹਨੂੰ ਕਹਿੰਦੇ ਲਾਲ ਬਜੱਕੜ, ਅਤੇ ਉੱਥੇ ਕੋਈ ਹਾਥੀ ਲੰਘਿਆ, ਅਤੇ ਉਹ ਹਾਥੀ ਉਹਨੇ ਕਦੇ ਦੇਖਿਆ ਨਹੀਂ ਸੀ। ਸਾਰੇ ਸੋਚਣੇ ਪੈੜ ਕੀ ਹੈ, ਕੁਛ ਨਾ ਸਮਝ ਆਵੇ। ਅਤੇ ਫਿਰ ਆਖਰਕਾਰ ਪੁੱਛੀ ਗਏ ਕੋਈ ਨਾ, ਕਹਿੰਦੇ ਵੀ ਲਾਲ ਵਜੱਕੜ ਪੁੱਜੂ। ਲਾਲ ਵਜੱਕੜ ਕਹਿੰਦਾ ਇਹ ਤਾਂ ਜਿਹੜੀ ਚੱਕੀ ਹੁੰਦੀ ਹੈ ਨਾ ਆਪਣੀ ਆਟਾ ਪੀਣ ਵਾਲੀ, ਅੱਗੇ ਉਹ ਕੱਚੀ ਥੱਲਿਓਂ ਬਣਾਏ ਹੁੰਦੇ, ਵੀ ਉਹ ਚੱਕੀ ਦਾ ਕਿਉਂ ਘੁੰਮਿਆ, ਉਹ ਚੱਕੀ ਦੇ ਪੈ ਵੀ ਚੱਕੀ ਬੰਨ ਕੇ ਘੁੰਮਿਆ ਇਹ ਤਾਂ ਗਧਾ ਸਾਡਾ। ਸੋ ਇਹ ਜੀ ਜਿਹੜੇ ਲਾਲ ਵਜੱਕੜੀ ਕਈ ਵਾਰ ਅਸੀਂ ਕਰ ਦਿੰਦੇ ਹਾਂ। ਕਿਉਂ ਮੈਂ ਕਹਿਣਾ ਇਹ ਦੇਖਣ ਨੂੰ ਲੱਗਦੀ ਹੋਊਗਾ ਵੀ ਇਹ ਤਾਂ ਟੀਚਰ ਚੜਾ ਰਿਹਾ ਗੱਲ ਨੂੰ। ਉਗਰਾਹਾਂ ਸਾਹਿਬ ਦੀ ਜਥੇਬੰਦੀ ਤਾਂ ਚੋਣਾਂ ਦੇ ਵੈਸੇ ਹੀ ਨਹੀਂ ਹੱਕ 'ਚ ਇਹਨਾਂ ਅਹੁਦਿਆਂ 'ਤੇ ਜਾਣ ਨੂੰ, ਅਤੇ ਉਹਨਾਂ ਦਾ ਧਾਰਾਂ ਵਾਲੀਆਂ ਪਰਚੇ ਐਡੇ ਐਡੇ ਕੱਢਦੇ ਨੇ। ਉਗਰਾਹਾਂ ਸਾਹਿਬ ਦਾ ਐਡਾ ਵੱਡਾ ਕੱਦ ਹੈ। ਉਗਰਾਹਾਂ ਸਾਹਿਬ ਉਹਨਾਂ ਹੀ ਗੱਲਾਂ ਦੇ ਉੱਤੇ ਜੋ ਉਹਨਾਂ ਦੀ ਜਥੇਬੰਦੀ ਦੇ ਫੈਸਲੇ ਨੇ, ਬਿਲਕੁਲ ਉੱਦਾਂ ਉਹਨਾਂ ਦੀ ਸਮਝ ਬੜੀ ਕਲੀਅਰ ਹੈ। ਉਗਰਾਹਾਂ ਸਾਹਿਬ ਦਾ ਨਾਮ ਪਾਉਣ 'ਚੋਂ ਮੈਨੂੰ ਲਾਲ ਵਜੱਕੜ ਵਾਲੀ ਗੱਲ ਯਾਦ ਆ ਗਈ। ਜੇ ਉਹ ਨਾ ਪਾਇਆ ਹੁੰਦਾ, ਜੇ ਇੱਥੇ ਇਹ ਰਾਜੇਵਾਲ ਸਾਹਿਬ ਦਾ ਪਾਇਆ ਹੁੰਦਾ, ਸ਼ਾਇਦ ਮੈਂ ਸਮਝ ਲੈਂਦਾ ਵੀ ਹਾਂ ਕੋਈ ਨਾ ਕੋਈ ਮਾੜਾ ਮੋਟਾ ਅੰਦਾਜ਼ਾ ਠੀਕ ਹੈ। ਇੱਦਾਂ ਹੀ ਡੱਲੇਵਾਲ ਸਾਹਿਬ ਦਾ ਮੈਨੂੰ ਨਹੀਂ ਲੱਗਦਾ ਵੀ ਡੱਲੇਵਾਲ ਸਾਹਿਬ, ਦੇਖੋ ਜੇ ਰਾਜ ਸਭਾ ਦੀ ਸੀਟ ਦੀ ਗੱਲ ਕਰਦੇ ਹੋ, ਜੇ ਭਾਰਤ ਦਾ ਮੁੱਖ ਨਿਆਇਧੀਸ਼ ਚੀਫ ਜਸਟਿਸ ਜੇ ਉਸ ਸੀਟ ਤੇ ਲਾਲਾਂ ਸੁੱਟ ਸਕਦਾ ਹੈ,
ਤੇ ਉਹ ਸੀਟ ਲੈਣ ਵਾਸਤੇ ਫੈਸਲੇ ਉਹੋ ਜਿਹੇ ਕਰ ਸਕਦਾ ਜਿਹੜੇ ਉਹਨੂੰ ਕਈ ਵਾਰੀ ਨਹੀਂ ਵੀ ਠੀਕ ਲੱਗਦੇ ਹੁੰਦੇ। ਤੇ ਫਿਰ ਇਹ ਡੱਲੇਵਾਲ ਸਾਹਿਬ ਦੇ ਕਿਆ ਮੁਕਾਬਲਾ ਹੈ, ਕਿੱਥੇ ਚੀਫ ਜਸਟਿਸ ਆਫ ਇੰਡੀਆ, ਉਹ ਵੀ ਤਾਂ ਰਾਜ ਸਭਾ ਦੀ ਸੀਟ ਦੀ ਗਏ ਨੇ ਨਾ, ਨੋਮੀਨੇਸ਼ਨ ਹੋ ਕੇ ਗਏ ਨੇ, ਬਸ ਇੰਨਾ ਹੀ ਫਰਕ ਹੈ। ਸੋ ਜਦ ਤੁਸੀਂ ਸੀਟ ਦਾ ਲਾਲਚ ਤਾਂ ਬਹੁਤ ਜ਼ਿਆਦਾ ਲੋਕਾਂ ਨੂੰ ਹੁੰਦਾ, ਪਰ ਮੈਨੂੰ ਲੱਗਦਾ ਨਹੀਂ ਵੀ ਡੱਲੇਵਾਲ ਸਾਹਿਬ ਇਹੀ ਜੀ ਕੋਈ ਗੱਲ ਕਰਨਗੇ, ਜਾਂ ਉਹਨਾਂ ਨੂੰ ਇਹੀ ਜੀ ਆਫਰ ਵੀ ਕਰਨਗੇ, ਕਿਉਂਕਿ ਇਹਨਾਂ ਕੋਲ ਹੋਰ ਬਥੇਰੇ ਨੇ। ਤੇ ਜੇ ਕਰ ਵੀ ਦੇਣਗੇ ਤੇ ਫਿਰ ਕਰਨ ਦਾ ਮਤਲਬ ਇਹ ਹੋਏਗਾ ਵੀ ਕਿਸਾਨਾਂ 'ਚ ਹੋਰ ਦਫੇੜ ਪਾਉਣ ਦੀ ਗੱਲ ਇਹ ਹੋਏਗੀ। ਸੋ ਮੈਨੂੰ ਨਹੀਂ ਲੱਗਦਾ ਵੀ ਨਾ ਇਹ ਆਫਰ ਕਰਨ, ਜੋ ਮੇਰੀ ਅਸੈਸਮੈਂਟ ਹੈ, ਕਿਉਂਕਿ ਇਹਨਾਂ ਕੋਲ ਬਹੁਤ ਨੇ ਹੋਰ, ਤੇ ਐਸਪੀਰੈਂਟ ਬਹੁਤ ਨੇ, ਤੇ ਨਾ ਉਹ ਲੈਣ, ਤੇ ਉਗਰਾਹਾਂ ਸਾਹਿਬ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਵੀ ਇਹ ਕੋਈ ਐਸੀ ਗੱਲ ਹੈ ਕਿ ਡੱਲੇਵਾਲ ਸਾਹਿਬ ਨੂੰ ਇਹ ਸੀਟ ਦੇ ਦੇਣ ਤੇ ਡੱਲੇਵਾਲ ਸਾਹਿਬ ਸੀਟ ਲੈ ਲੈਣ। ਇਹ ਦੋਨੇ ਗੱਲਾਂ ਹੀ ਬੜੀ ਆਪਣੇ ਖਿਆਲੀ ਪਲਾਉ ਲੱਗਦੇ ਨੇ। ਜੀ ਡਾਕਟਰ ਸਾਹਿਬ, ਜਾਂਦੇ ਜਾਂਦੇ ਹੋਏ ਇੱਕ ਤੁਹਾਡੇ ਕੋਲ ਹੋਰ ਗੱਲ ਲੈਣੀ ਚਾਹੂੰਗਾ ਮੈਂ। ਜਿਵੇਂ ਜੋ ਚੰਡੀਗੜ੍ਹ ਦੇ ਵਿੱਚ ਉੱਥੇ ਅੰਦੋਲਨ ਹੋਇਆ ਸੀ, ਸੰਘਰਸ਼ 1-2 ਦਿਨ ਦਾ ਸੀ ਇਹ, ਉਹਦੇ ਤੇ ਕਈ ਖੁਦ ਹੀ ਕਿਸਾਨ ਜਥੇਬੰਦੀਆਂ ਨੇ ਸਵਾਲ ਚੁੱਕੇ ਨੇ। 1-2 ਜਥੇਬੰਦੀਆਂ ਨੇ ਮੀਡੀਆ 'ਚ ਆ ਕੇ ਗੱਲ ਕੀਤੀ ਹੈ ਕਿ ਆਹ ਸਭ ਕੁਝ ਠੀਕ ਨਹੀਂ ਹੈਗਾ। ਹੁਣ ਜੇਕਰ ਇਕੱਠੇ ਹੋ ਕੇ ਲੜ ਰਹੇ ਨੇ, ਉੱਥੇ ਵੀ ਇਕੱਠੇ ਹੋ ਕੇ ਲੜ ਰਹੇ ਸੀ, ਦਿੱਲੀ ਵੀ ਇਕੱਠੇ ਹੋ ਕੇ ਲੜੇ, ਵਿੱਚੋਂ ਕਈ ਜਥੇਬੰਦੀਆਂ ਜੋ ਸ਼ਾਮਲ ਨਹੀਂ ਸੀ, ਉਹਨਾਂ ਦਾ ਇਹ ਗੱਲ ਕਹਿਣਾ ਕਿ ਜੋ ਉੱਥੇ ਅੰਦੋਲਨ ਸੀ ਡੱਲੇਵਾਲ ਸਾਹਿਬ ਦਾ, ਇਹ ਠੀਕ ਨਹੀਂ ਸੀ। ਕਿੰਨਾ ਕੁ ਇੰਪੈਕਟ ਕਰੂਗਾ ਇਹ ਆਉਣ ਵਾਲੇ ਜੋ ਸੰਘਰਸ਼ ਹੋਣਗੇ ਸਰਕਾਰਾਂ ਦੇ ਖਿਲਾਫ? ਦੇਖੋ, ਦੋ ਇਹਦੇ 'ਚ ਵੀ ਸਾਨੂੰ ਸਮਝਣ ਦੀ ਲੋੜ ਇਹ ਹੈ ਭੰਗੂ ਸਾਹਿਬ, ਵੀ ਜਿਹੜੀਆਂ ਕੁਝ ਜਥੇਬੰਦੀਆਂ ਜਦ ਉਹ ਸੰਘਰਸ਼ ਖਤਮ ਹੋ ਗਿਆ, ਉੱਥੋਂ ਮੋਦੀ ਸਾਹਿਬ ਨੂੰ ਝੁਕਣਾ ਪਿਆ ਇੱਕ ਕਿਸਮ ਦਾ, ਮੈਂ ਕਹਾਂਗਾ ਕਿ ਉਹ ਚੁੱਕੇ ਆਪਦੀ ਸਿਆਸਤ ਨਾਲ, ਵੀ ਇਹਨਾਂ ਨੂੰ ਹੁਣ ਬਾਅਦ 'ਚ ਆਪਾਂ ਚੇਪੀ ਲਾਵਾਂਗੇ, ਹੁਣ ਕੋਈ ਨਹੀਂ, ਹੁਣ ਆਪਾਂ ਇਹਨਾਂ ਦੇ ਫਿਰ ਦਾੜ ਥੱਲੇ ਲਵਾਂਗੇ। ਉਹਨਾਂ ਨੇ ਲੈਣ ਦੀ ਕੋਸ਼ਿਸ਼ ਕਰੀ ਆ ਚੋਣਾਂ ਜਿਹੜੀਆਂ ਲੜਾਈਆਂ, ਇਹ ਬਿਲਕੁਲ ਸਰਕਾਰ ਦੀ, ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ, ਇਹ ਸਰਕਾਰ ਦੀ ਚਾਲ ਸੀ, ਸਰਕਾਰ ਨੇ ਆਪਦੇ ਤਰੀਕੇ ਨਾਲ ਕਰਿਆ। ਉਹ ਠੀਕ ਆ, ਕੁਛ ਲੋਕ ਉਹਦੇ ਵਿੱਚ ਇਨਵੋਲਵ ਹੋ ਗਏ, ਕੁਛ ਹੋਰ ਹੋ ਗਏ, ਉਹ ਵੱਖਰੀ ਗੱਲ ਹੈ। ਚੋਣਾਂ ਲੜਾਉਣਾ ਉਹਨਾਂ ਦਾ ਇੱਕ ਸੀ ਵੀ ਇਹਨਾਂ ਦਾ ਆਪਸ ਵਿੱਚ ਜਿਹੜਾ ਇੱਟ ਖੜਕਾ ਹੋ ਜਾਏ, ਡੰਡਾ ਖੜਕ ਜੇ, ਔਰ ਕਾਫੀ ਖੜਕਣ ਦੀ ਕੋਸ਼ਿਸ਼ ਵੀ ਹੋਈ। ਕੁਛ ਹੁਣ ਜਥੇਬੰਦੀਆਂ ਖੜੀਆਂ ਕਰ ਰਹੇ ਨੇ, ਉਹਨਾਂ ਨੇ ਨਾਮ ਨਿਹਾਰ ਜਥੇਬੰਦੀਆਂ ਕਿੰਨੀਆਂ ਖੜੀਆਂ ਕਰੀਆਂ ਸੀ, ਮੋਰਚੇ ਵੇਲੇ ਵੀ ਕੋਰਟ 'ਚ ਵੀ ਕੇਸ ਪਵਾਏ ਸੀਗੇ। ਸੋ ਉਸ ਤਰ੍ਹਾਂ ਦੀਆਂ ਕਈ ਜਥੇਬੰਦੀਆਂ ਖੜੀਆਂ ਕਰ ਦਿੰਦੇ ਨੇ। ਕਈ ਜਿਹੜੀਆਂ ਪਹਿਲਾਂ ਹੀ ਹੋਣ, ਉਹਨਾਂ 'ਚ ਵੀ ਕੋਈ ਸੰਭਾਵਨਾ ਰੂਲ ਆਊਟ ਨਹੀਂ ਕਰੀ ਜਾ ਸਕਦੀ ਵੀ ਇਹਨਾਂ ਦੇ ਕੰਟੈਕਟ ਹੋਣ। ਜਿਵੇਂ ਇੱਥੇ ਜਿਹੜੀ ਉਹ ਚਿੱਠੀ ਲਿਖੀ ਸੀ, ਉਹਦੇ ਬਾਰੇ ਵੀ, ਜਿਹੜਾ ਸਮਝੌਤਾ ਹੋਇਆ ਉਹਦੇ ਬਾਰੇ ਵੀ ਤਾਂ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਹੀ ਨੇ, ਸਭ ਨੂੰ ਪਤਾ ਹੀ ਹੈ ਵੀ ਕਿਵੇਂ ਉਹਨਾਂ ਦੇ ਕੰਟੈਕਟ ਸੀ। ਮੈਂ ਕੋਈ ਕੰਟੈਕਟ ਹੋਣ ਨੂੰ ਮਾੜਾ ਨਹੀਂ ਸਮਝਦਾ, ਪਰ ਕੰਟੈਕਟ ਦੇ ਹਿਸਾਬ ਨਾਲ ਆਪਦੀ ਜਥੇਬੰਦੀ ਨੂੰ ਜਾਂ ਆਪਦੇ ਗਰੁੱਪ ਨੂੰ ਕਿਸਮ ਦਾ ਬਿਲੇ ਲਾ ਦੇਣਾ, ਉਹ ਕੋਈ ਚੰਗਾ ਨਹੀਂ ਹੁੰਦਾ। ਤੇ ਉਹਨਾਂ ਦੀ ਕੰਟੈਕਟ ਹੋਣਾ ਹੋਰ ਗੱਲ ਹੈ, ਉਹਨਾਂ ਦੀ ਚਾਲ 'ਚ ਫਸਣਾ ਹੋਰ ਗੱਲ ਹੈ। ਜਿਹੜੇ ਅਫਸਰ ਨੇ ਐਡੇ ਐਡੀਆਂ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ, ਐਡੇ ਉਹ ਕੰਪੀਟੀਸ਼ਨ 'ਚੋਂ ਨਿਕਲ ਕੇ ਆਏ ਨੇ, ਐਡੇ ਮੁਲਕਾਂ ਨੂੰ ਉਹ ਰਿਪਰੈਜ਼ੈਂਟ ਕਰਦੇ ਨੇ, ਦੂਜੇ ਮੁਲਕਾਂ 'ਚ ਜਾ ਕੇ ਦੇਸ਼ ਦੀ ਸਾਖ ਬਚਾਉਂਦੇ ਨੇ, ਉੱਥੇ ਇੱਜ਼ਤ ਕਰਾਉਂਦੇ ਨੇ, ਉੱਥੇ UN 'ਚ ਬੋਲਦੇ ਨੇ। ਉਹ ਤੁਹਾਡੇ ਖਿਆਲ 'ਚ ਵੀ ਕਿਸਾਨ ਉਹਨਾਂ ਦੇ ਚੇਤੇ ਨਹੀਂ ਚੜ ਸਕਦੇ? ਉਹੀ ਅਫਸਰ ਨੇ ਨਾ, ਕਿਤੇ ਉਹ ਡਿਪਲੋਮੈਟ ਲੱਗੇ ਹੋਏ ਨੇ, ਕਿਤੇ ਉਹ ਕੂਟਨੀਤੀ ਕਰ ਰਹੇ ਨੇ, ਕਿਤੇ ਉਹ ਪੁਲਿਸ 'ਚ ਲੱਗੇ ਨੇ, ਕਿਤੇ ਉਹ ਬਿਊਰੋਕ੍ਰੇਸੀ 'ਚ ਲੱਗੇ ਨੇ। ਉਹ ਅਫਸਰ ਸਿਆਣੇ ਹੁੰਦੇ ਨੇ ਇਸ ਮਾਮਲੇ 'ਚ, ਉਹਨਾਂ ਨੂੰ ਪਤਾ ਵੀ ਬੰਦੇ ਨੂੰ ਕਿਵੇਂ ਆਪਦੇ ਗੇਟ 'ਚ ਲੈਣਾ, ਤੇ ਜੇ ਤਾਂ ਗੇਟ 'ਚ ਆਉਣਾ ਨਿਕਲ ਜੇ ਕੋਈ, ਫੇਰ ਤਾਂ ਰਹਿਣਾ ਸੌਖਾ। ਜੇ ਗੇਟ 'ਚ ਆ ਜੇ, ਉਹ ਗੇਟ 'ਚ ਕੋਈ ਐਂ ਨਹੀਂ ਲੈਂਦੇ, ਉਹਨੂੰ ਕਹਿੰਦੇ ਵੀ ਤੈਨੂੰ ਇੰਨੇ ਪੈਸੇ ਦੇ ਦਾਂਗੇ, ਤੂੰ ਆਹ ਕੰਮ ਕਰ ਦੇ। ਇਹੋ ਜਿਹਾ ਕੰਮ ਨਹੀਂ ਹੁੰਦਾ। ਉਹਦੀ ਤਾਰੀਫ ਕਰਨਗੇ। ਇਹ ਤਰੀਕਾ ਏਜੰਸੀਆਂ ਦਾ, ਹਰ ਬੰਦੇ ਦਾ ਪੂਰਾ ਬਾਇਓਡਾਟਾ ਇਕੱਠਾ ਕਰਦੇ ਨੇ, ਇਹਦੇ ਜਵਾਕ ਕੀ ਕਰਦੇ ਨੇ, ਇਹ ਆਪ ਕੀ ਕਰਦਾ ਹੈ, ਕਿਹੜੇ ਧਰਮ ਨੂੰ ਮੰਨਦਾ ਹੈ, ਕਿਹੜੀ ਗੱਲ ਨੂੰ ਇਹ ਚੰਗੀ ਸਮਝਦਾ ਹੈ, ਕਿਹੜੀ ਨੂੰ ਮਾੜੀ ਸਮਝਦਾ ਹੈ। ਜਿਹੜੇ ਬੰਦੇ ਕੋਲ ਜਾਣਗੇ ਉਹਨੂੰ ਕਹਿਣਗੇ ਜੀ ਤੁਹਾਡੇ ਵਰਗਾ ਤਾਂ ਕਮਾਲ ਦਾ ਬੰਦਾ ਹੀ ਨਹੀਂ, ਜੋ ਸਾਡੇ ਕੋਲ ਇਮਾਨਦਾਰ ਹੈ। ਉਹਨੂੰ ਕਹਿਣਗੇ ਦੇਖੋ ਜੀ ਦੁਨੀਆ ਤਾਂ ਬੇਈਮਾਨਾਂ ਦਾ ਕੋਈ ਅੰਤ ਹੀ ਨਹੀਂ, ਪਰ ਜੋ ਤੁਹਾਡੇ ਵਰਗੀ ਇਮਾਨਦਾਰੀ ਨਹੀਂ ਦੇਖੀ। ਜੇ ਉਹ ਇਨਸਾਫ ਪਸੰਦ ਹੈ, ਦੇਖੋ ਜੀ ਇਨਸਾਫ ਹੋਰ ਕਿਸੇ ਹੈ, ਇਹ ਤਾਂ ਤੁਹਾਡੇ ਕੋਲ ਹੀ ਹੈ ਬਸ ਇਨਸਾਫ ਤਾਂ। ਬਿਲਕੁਲ। ਤੋ ਇਸ ਕਰਕੇ ਜੋ ਮੂੰਹ ਫੱਟ ਹੈ, ਕਹਿੰਦੇ ਦੇਖੋ ਜੀ ਤੁਸੀਂ ਸੱਚੀ ਗੱਲ ਕਹਿੰਦੇ ਹੋ, ਹੋਰ ਤਾਂ ਕੋਈ ਕਹਿੰਦਾ ਹੀ ਨਹੀਂ, ਕਿਉਂਕਿ ਉਹਨਾਂ ਨੇ ਉਸ ਬੰਦੇ ਨੂੰ ਆਪਦੇ ਨਾਲ ਲੈਣਾ, ਬਿਲਕੁਲ। ਉਹਦੇ ਥੱਲੇ ਨਹੀਂ ਲੱਗਦੇ। ਉਹ ਅਫਸਰ ਬੜੇ ਸਿਆਣੇ ਹੁੰਦੇ ਨੇ, ਇੱਜ਼ਤ ਮਾਨ ਨਾਲ ਦੋਸਤੀ ਪਾ ਲੈਣਗੇ, ਗੱਲਬਾਤ ਕਰਨਗੇ। ਉਹਨਾਂ ਨੂੰ ਪਤਾ ਜਿੱਥੋਂ ਕਿਸੇ ਨੂੰ ਕੁਝ ਮਿਲਣਾ ਹੈ, ਤਾਂ ਹੀ ਉਹਨੂੰ ਇਹ ਮਿਲਦਾ ਹੈ ਕਿ ਮੈਨੂੰ ਇਹ ਤੋਂ ਸੂਚਨਾ ਮਿਲ ਜਾਏਗੀ, ਜੇ ਹੋਰ ਨਹੀਂ ਕੁਝ ਤਾਂ ਸੂਚਨਾ ਮਿਲ ਜਾਏਗੀ, ਕਦੇ ਨਾ ਕਦੇ ਮੇਰੇ ਗੇਟ 'ਚ ਵੀ ਚੜ ਜਾਏਗਾ। ਆ ਬਾਹਰ ਜਿੰਨੇ ਬਹੁਤ ਸਾਰੀਆਂ ਜਥੇਬੰਦੀਆਂ ਐਸੀਆਂ ਨੇ ਜਿਹੜੀਆਂ ਬੜੀਆਂ ਗਰਮ ਦਾਲ ਕਰਨੀਆਂ ਨੇ, ਉਹ ਬਹੁਤੀਆਂ ਜ਼ਿਆਦਾ ਇਹਨਾਂ ਦੇ ਕੰਟੈਕਟ 'ਚ ਹੀ ਹੁੰਦੀਆਂ ਨੇ। ਔਰ ਮੈਨੂੰ ਜ਼ਿਆਦਾ ਤਾਂ ਪਤਾ ਲੱਗਿਆ ਕਿ ਵੀ ਜਦ ਮੈਂ ਹੁਣ ਗਿਆ ਹੋਇਆ ਸੀ, ਮੇਰਾ ਟਿਕਟ ਸੀਗਾ, ਅਸੀਂ ਤਾਂ ਉਸ ਟਿਕਟ 'ਚ, ਕਿਉਂਕਿ ਨਾ ਤਾਂ ਸਾਡਾ ਉੱਥੇ ਕੋਈ ਰਿਲੇਟਿਵ ਸੀਗਾ, ਗਿਆ ਮੈਂ ਲੈਕਚਰ ਦੇਣੀ ਸੀਗਾ, ਤੇ ਦੂਜੀ ਗੱਲ ਸਾਡੀ ਉਮਰ ਵੱਡੀ ਸੀਗੀ, ਬਿਮਾਰੀ ਸੀ, ਸਾਨੂੰ ਦਵਾਈਆਂ ਦਾ ਚੱਕਰ ਸੀ ਉੱਥੇ, ਤੇ ਉਹ ਸਾਰਾ ਕੁਝ ਗਿਣ ਕੇ ਇਹ ਸੀਗਾ ਕਿ ਸਾਡਾ ਤਾਂ ਵਾਪਸ ਸਾਨੂੰ ਟਿਕਟ ਮਿਲ ਹੀ ਜਾਣਾ। ਔਰ ਅੰਬੈਸੀ ਨੂੰ ਮੈਂ ਚਿੱਠੀਆਂ ਲਿਖਦਾ ਰਹਿੰਦਾ ਸੀ, ਤਾਂ ਅੰਬੈਸੀ ਨੇ ਮੈਨੂੰ ਯਕੀਨ ਦਿਵਾਇਆ ਸੀ ਵੀ ਤੁਹਾਨੂੰ ਅਸੀਂ ਪਹਿਲੀ ਫਲਾਈਟ 'ਚ ਭੇਜਣ ਦੀ ਕੋਸ਼ਿਸ਼ ਕਰਾਂਗੇ, ਪਰ ਤੁਸੀਂ ਕਿਸੇ ਉਹਦੇ ਜਿਹੜੇ ਹੁੰਦੇ ਨੇ ਕਿ ਟਰੈਵਲ ਏਜੰਟ ਦੇ
ਹੈ ਉਹਦੇ ਧੱਕੇ ਨਾਲ ਚੱਲ ਜਾਣਾ। ਇਹ ਅੰਬੈਸੀ ਐਡਵਾਈਸ ਕਰਦੀ ਸੀ ਉਹਨੂੰ, ਔਰ ਜਦ ਵੀ ਮੈਂ ਅੰਬੈਸੀ ਨੂੰ ਚਿੱਠੀ ਲਿਖੀ, ਪਤਾ ਨਹੀਂ ਮੈਂ 10 ਚਿੱਠੀਆਂ ਲਿਖੀਆਂ ਹੋਣਗੀਆਂ, ਉਹ ਜਵਾਬ ਦਿੰਦੇ ਸੀ ਉਹਦਾ ਈਮੇਲ 'ਚ। ਸੋ ਇਸ ਕਰਕੇ ਐ ਨਹੀਂ ਹੈ, ਸਾਡੇ ਕੂਟਨੀਤਿਕ ਉੱਥੇ ਬੈਠੇ ਨੇ, ਦੇਸ਼ ਦੀ ਇੱਜ਼ਤ ਦਾ ਸਵਾਲ ਹੈ ਉਹਨਾਂ ਵਾਸਤੇ ਵੀ, ਤੇ ਉਹ ਪੂਰਾ ਵੀ ਕਰਦੇ ਨੇ ਆਪਦੇ ਵੱਲੋਂ। ਪਰ ਜਦ ਮੈਨੂੰ ਪਤਾ ਲੱਗਿਆ, 2 ਐਸੇ ਬੰਦੇ ਵੀ ਮੈਂ ਸੁਣੇ, ਜਿਹੜੇ ਬੰਦੇ ਇੱਕ ਮਤਲਬ ਉਹ ਅੰਬੈਸੀ ਦੇ ਕੰਟੈਕਟ 'ਚ ਹੁੰਦੇ ਉਹ ਕੋਈ ਪੱਤਰਕਾਰ ਹੁੰਦੇ ਨੇ, ਕੋਈ ਕਿਸੇ ਜਥੇਬੰਦੀ ਦੇ ਹੁੰਦੇ ਨੇ, ਕੋਈ RS ਜਾਂ ਅਕਾਲੀ ਦਲ ਜਾਂ ਕਿਸੇ ਹੋਰ ਦੇ ਉਸਦੇ ਹੋ ਸਕਦੇ ਨੇ, ਕਾਂਗਰਸ ਦੇ, ਉਹਨਾਂ ਦਾ ਉੱਥੇ ਪੂਰਾ ਕੰਟੈਕਟ ਹੁੰਦਾ। ਫਿਰ ਉਹ ਕੀ ਕਰਦੇ ਨੇ, ਅੰਬੈਸੀ ਉਹਨਾਂ ਨੂੰ ਕਹਿੰਦੇ ਵੀ ਆਹ ਮੁਜ਼ਾਹਰਾ ਹੋਣਾ ਨਹੀਂ ਚਾਹੀਦਾ, ਫਿਰ ਉਹਦੇ 'ਚੋਂ ਰੋਲ ਪਲੇ ਕਰਦੇ ਨੇ। ਔਰ ਇਹ ਕੋਈ ਮਾੜੀ ਗੱਲ ਵੀ ਨਹੀਂ ਹੁੰਦੀ। ਜਿਵੇਂ ਜੇ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਾਂਦੇ ਨੇ ਕਿਤੇ, ਉੱਥੋਂ ਦੇ ਕੂਟਨੀਤਿਕਾਂ ਦੀ ਇਹ ਡਿਊਟੀ ਆ ਵੀ ਪਹਿਲਾਂ ਤਾਂ ਇਹ ਨਜ਼ਰ ਰੱਖਣ ਵੀ ਇੱਥੇ ਇਹਨਾਂ ਦੇ ਖਿਲਾਫ ਕੋਈ ਮੁਜ਼ਾਹਰਾ ਤਾਂ ਨਹੀਂ ਕਰ ਰਿਹਾ। ਜੇ ਕਰ ਰਿਹਾ ਫਿਰ ਉਹਨਾਂ 'ਚ ਕੋਈ ਨਾ ਕੋਈ ਇਹੋ ਜਿਹੇ ਬੰਦੇ ਲੱਭਣੇ ਜਿਹੜੇ ਉਹਨਾਂ ਨੂੰ ਕਹਿਣ, ਯਾਰ ਆਪਣੇ ਦੇਸ਼ ਦੀ ਇੱਜ਼ਤ ਦਾ ਸਵਾਲ ਹੈ, ਇਹ ਮੁਜ਼ਾਹਰਾ ਨਾ ਕਰਿਓ। ਉਹ ਕੂਟਨੀਤਿਕਾਂ ਦਾ ਕੰਮ ਹੀ ਇਹ ਹੈ, ਉਹਨਾਂ ਨੂੰ ਫਿਰ ਆਪਣੇ ਤਰੀਕੇ ਨਾਲ ਆਪਣੇ ਵੱਲ ਫੇਰ 'ਚ ਲੈ ਕੇ ਕਈ ਵਾਰ ਆਪਣੀ ਗੱਲ ਮਨਾ ਵੀ ਲੈਂਦੇ ਨੇ। ਸੋ ਇਸ ਕਰਕੇ ਹੁਣ ਤਾਂ ਕਿਤਾਬਾਂ ਵੀ ਸਾਹਮਣੇ ਆਉਂਦੀਆਂ ਨੇ। ਸਾਨੂੰ ਤਾਂ ਪਹਿਲਾਂ ਤੋਂ, ਅਸੀਂ ਤਾਂ 1960-65 ਤੋਂ ਅਸੀਂ ਇਹੋ ਜਿਹੀਆਂ ਕਿਤਾਬਾਂ ਪੜ੍ਹਦੇ ਆ ਰਹੇ ਹਾਂ ਵੀ ਇਹ ਐਂ ਕਰਦੇ ਹੁੰਦੇ ਨੇ, ਵੀ ਕਿਵੇਂ ਸਟੱਡੀ ਕਰਦੇ ਨੇ। ਦੇਖੋ ਅੱਜ ਦੀ ਗੱਲ ਤਾਂ ਹੈ ਨਹੀਂ। ਸੋ ਇਸ ਕਰਕੇ ਜੇ ਕੋਈ ਅਫਸਰ ਜਾਂ ਹੋਰ ਜਥੇਬੰਦੀ ਦੇ ਲਿੰਕ 'ਚ ਹੈ, ਕੋਈ ਮਾੜੀ ਗੱਲ ਨਹੀਂ, ਪਰ ਉਹਦੇ ਟੇਟੇ ਨਹੀਂ ਚੜ੍ਹਨਾ ਚਾਹੀਦਾ, ਉਹਦੇ ਗੇੜ 'ਚ ਨਹੀਂ ਫਸਣਾ ਚਾਹੀਦਾ। ਜਥੇਬੰਦੀ ਦਾ ਹਿੱਤ ਜਿਹੜਾ ਉੱਤੇ ਰੱਖਣਾ ਚਾਹੀਦਾ ਹੈ, ਪਰ ਜਥੇਬੰਦੀ ਨੂੰ ਜਿਹੜਾ ਹਿੱਤ ਹੈ ਉਹ ਲੋਕ ਹਿੱਤ ਉੱਪਰ ਰੱਖਣਾ ਚਾਹੀਦਾ। ਇਹ ਤਿੰਨੇ ਚਾਰੇ ਗੱਲਾਂ ਨੂੰ ਜੇ ਆਪਾਂ ਇਹ ਬੈਲੈਂਸ ਨੂੰ ਰੱਖਾਂਗੇ ਤਾਂ ਮਾਰ ਨਹੀਂ ਖਾਵਾਂਗੇ। ਕਿਸਾਨ ਅੰਦੋਲਨ ਦੇ ਦੌਰਾਨ ਜਥੇਬੰਦੀਆਂ ਨੇ ਆਪਦੇ ਏਕੇ ਨੂੰ, ਲੋਕਾਂ ਦੀ ਮੰਗ ਨੂੰ, ਉਹਨੂੰ ਉੱਤੇ ਰੱਖਿਆ। ਨਹੀਂ ਤਾਂ ਪਹਿਲਾਂ ਇਹਨਾਂ ਦੀ ਬੈਕ ਟੁੱਟ ਜਾਣੀ ਸੀ ਕਿਸਾਨਾਂ ਦੀ, ਜੇ ਏਕਾ ਨਾ ਰਹਿੰਦਾ, ਜਾਂ ਜੇ ਇਹ ਜਥੇਬੰਦੀ ਦੀ ਮੰਗ ਨੂੰ ਉੱਚਾ ਨਾ ਰੱਖਦੇ। ਕਿਉਂਕਿ ਜਦ ਵੀ ਕੋਈ ਵਿਚਾਰ ਹੁੰਦਾ, ਡੈਮੋਕ੍ਰੈਟਿਕ ਨਾਲ ਜੇ ਹੁੰਦੇ ਵਿਚਾਰ ਹੁੰਦਾ ਸੀ, ਵਿੱਚੋਂ 2 ਬੰਦੇ ਕਹਿ ਦਿੰਦੇ ਸੀ ਵੀ ਯਾਰ ਇਦੋਂ ਤਾਂ ਫਿਰ, ਹੁਣ ਜਿਵੇਂ ਡੱਲੇਵਾਲ ਸਾਹਿਬ ਨੂੰ ਕਿਉਂ ਕਹਿ ਰਹੇ ਨੇ, ਹੁਣ ਸੁਣ ਲਓ ਕਿਉਂ ਟਾਰਗੇਟ ਬਣਾ ਰਹੇ ਨੇ, ਜੋ ਮੇਰੀ ਸਮਝ ਹੈ। ਜਦ ਉਹ ਚਿੱਠੀ ਜਿਹੜੀ ਤੁਸੀਂ ਸੁਣੀ ਹੋਊਗੀ ਉਦੋਂ ਨਿਕਲੀ ਸੀ ਵੀ ਜੇ ਇਹਨਾਂ ਨੇ ਰਾਜਿਆਲ ਸਾਹਿਬ ਨੇ ਹੋਰਾਂ ਨੇ ਲਿਖੀ ਸੀ, ਰੁੱਦੂ ਸਿੰਘ ਮਾਨਸਾ ਨੇ, ਉਹ ਚਿੱਠੀ ਐਕਚੁਅਲੀ ਬਲਵਿੰਦਰ ਸਿੰਘ ਸਿੱਧੂ ਦਾ ਵਿਚਾਰ ਸੀ ਸਾਰਾ, ਕਿਉਂਕਿ ਉਹਨਾਂ ਨੇ ਤਾਂ ਅਖਬਾਰ 'ਚ ਛਾਪਤਾ ਸੀ ਉਹੀ ਗੱਲ। ਇਹਦਾ ਮਤਲਬ ਜੇ ਅਖਬਾਰ 'ਚ ਉਹ ਇਹੀ ਗੱਲ ਲਿਖਦੇ ਨੇ, ਉਹ ਚਿੱਠੀ ਵੀ ਉਹਨਾਂ ਨੇ ਲਿਖਾਈ ਹੈ। ਮੈਂ ਉਹਦੇ 'ਚ ਕਾਊਂਟਰ ਆਰਟੀਕਲ ਲਿਖਿਆ ਵੀ ਇਹਦਾ ਕੀ ਮਤਲਬ ਹੈ। ਉਦੋਂ ਉਹ ਮੀਟਿੰਗ ਜਿਹੜੀ ਹੋਈ ਆ, ਉਹਦੇ 'ਚ ਡੱਲੇਵਾਲ ਸਾਹਿਬ ਨੇ ਆਖਿਆ ਵੀ ਜੇ ਐਂ ਜਾਣਾ ਸੀ ਫਿਰ ਆਪਾਂ ਉਦੋਂ ਹੀ ਕਿਉਂ ਨਾ ਚਲੇ ਗਏ 22 ਜਨਵਰੀ ਨੂੰ ਹੀ, ਸਾਲ ਪਹਿਲਾਂ ਹੀ, ਫਿਰ ਬੈਠੇ ਕਿਉਂ ਰਹੇ। ਮੈਨੂੰ ਲੱਗਦਾ ਹੈ ਉਸ 'ਚੋਂ ਇਹਨਾਂ ਨੂੰ ਐਂ ਹੋਊਗਾ ਵੀ ਚੱਲ ਡੱਲੇਵਾਲ ਸਾਹਿਬ ਨੂੰ ਚੁੱਪ ਕਰਾਓ ਹੈ, ਇਹ ਬੋਲਦੇ ਨੇ, ਕੋਈ ਏਜੰਸੀਆਂ ਦਾ ਪਤਾ ਨਹੀਂ ਹੁੰਦਾ ਕਿੱਥੇ ਕਿੱਥੇ ਆਪਰੇਟ ਕਰਦੀਆਂ ਨੇ। ਪਰ ਡੱਲੇਵਾਲ ਸਾਹਿਬ ਬਹੁਤ ਸਿਆਣੇ ਨੇ, MA ਪਾਸ ਨੇ, ਪੜ੍ਹੇ ਲਿਖੇ ਨੇ, ਤੇ ਉਹ ਮੈਨੂੰ ਨਹੀਂ ਲੱਗਦਾ, ਮੈਂ ਜਦ ਵੀ ਉਹਨਾਂ ਦੀ ਕਦੇ ਗੱਲ ਸੁਣੀ ਹੈ, ਈਵਨ ਜਦ ਰਾਜੇਵਾਲ ਸਾਹਿਬ ਨੇ ਕਹਿਤਾ ਵੀ ਡੱਲੇਵਾਲ ਤਾਂ RSS ਦਾ ਏਜੰਟ ਹੈ, ਤੇ ਡੱਲੇਵਾਲ ਸਾਹਿਬ ਨੇ ਜਿਹੜਾ ਜਵਾਬ ਦਿੱਤਾ, ਇਹ ਨਹੀਂ ਕਿਹਾ ਵੀ ਰਾਜੇਵਾਲ ਵੀ RSS ਦਾ ਏਜੰਟ ਹੈ। ਉਹਨਾਂ ਨੇ ਬੜੇ, ਮੈਂ ਕਹਾਂਗਾ ਤਰਕ ਨਾਲ ਜਵਾਬ ਦਿੱਤਾ ਕਿ ਦੇਖੋ ਜੀ, ਉਹ ਸੰਘ 'ਚ, ਉਹ ਇਕੱਠ 'ਚ ਰਾਜੇਵਾਲ ਸਾਹਿਬ ਵੀ ਗਏ ਸੀ, ਮੈਂ ਵੀ ਗਿਆ ਸੀ, ਅਸੀਂ ਦੋਨੇ ਉਹਦੇ ਮੈਂਬਰ ਵੀ ਹਾਂ, ਤੇ ਰਾਜੇਵਾਲ ਸਾਹਿਬ ਤਾਂ ਉੱਥੇ ਪ੍ਰਧਾਨਗੀ ਕਰ ਰਹੇ ਸੀ, ਪ੍ਰਧਾਨਗੀ ਮੰਡਲ ਦੇ ਵਿੱਚ ਸੀਗੇ। ਤੁਸੀਂ ਆਪੇ ਹਿਸਾਬ ਲਾ ਲਓ ਫਿਰ, ਜੇ ਮੈਂ RSS ਤਾਂ ਉਹ ਕੀ ਨੇ। ਇਹ ਵਧੀਆ ਜਵਾਬ ਸੀ, ਇਹ ਬਹੁਤ ਵਧੀਆ ਜਵਾਬ ਸੀ। ਸੋ ਡੱਲੇਵਾਲ ਸਾਹਿਬ ਨੂੰ ਮੈਂ ਕਦੇ ਚੱਕਵੀਂ ਗੱਲ ਕਰਦੇ, ਠੀਕ ਹੈ, ਅਸੀਂ ਵੀ ਕਰਦੇ ਰਹੇ ਵੀ ਯਾਰ ਜੇ ਇਹੀ ਕਰਨਾ ਸੀ ਇਦੋਂ ਤਾਂ ਫਿਰ ਉਦੋਂ ਹੀ ਪਹਿਲਾਂ ਹੀ ਉਹ ਕਰ ਲੈਣਾ ਸੀ। ਜਥੇਬੰਦੀਆਂ 'ਚ ਹਮੇਸ਼ਾ ਕੁਝ ਬੰਦੇ ਐਸੇ ਹੁੰਦੇ ਨੇ ਵੀ ਨਾ ਵੀ ਇਹ ਨਹੀਂ ਪੁੱਗਦਾ, ਕਈ ਹੁੰਦੇ ਨੇ ਵੀ ਚੱਲ ਯਾਰ ਛੱਡੋ ਬਹੁਤ ਹੋ ਗਿਆ, ਹੁਣ ਅੱਗੇ ਕੀ ਕਰਨਾ। ਹਰ ਤਰ੍ਹਾਂ ਦੇ ਹੁੰਦੇ ਨੇ ਵਿਚਾਰ, ਔਰ ਹੋਣੇ ਵੀ ਚਾਹੀਦੇ ਨੇ, ਕਿਉਂਕਿ ਜ਼ਰੂਰੀ ਥੋੜ੍ਹਾ ਵੀ ਹਰ ਵਕਤ ਡਾਂਗ ਹੀ ਚਲਾਉਣੀ ਹੈ, ਜ਼ਰੂਰੀ ਥੋੜ੍ਹਾ ਹਰ ਵਕਤ ਗੱਲ ਹੀ ਮੰਨ ਲੈਣੀ ਹੈ। ਸੋ ਜਥੇਬੰਦੀਆਂ ਦੀ ਜਿਹੜੀ ਇਕੱਠੀ ਹੋ ਕੇ ਰਾਏ ਬਣਦੀ ਆ ਉਹ ਚੰਗੀ ਹੁੰਦੀ ਹੈ। ਤੇ ਆਹ ਜਿਹੜਾ ਹੈਗਾ ਇਹ ਲੰਗੋਟਾ ਡਾਕ ਹੈ, ਤੇ ਮੇਰੇ ਹਿਸਾਬ ਨਾਲ ਇਹੋ ਜਿਹੀ ਕੋਈ ਗੱਲ ਨਹੀਂ ਹੋਏਗੀ। ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ, ਧੰਨਵਾਦ। ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਵਿਦਵਾਨ ਡਾਕਟਰ ਪਿਆਲ ਲਾਲ ਗਰਗ ਸਾਹਿਬ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।